Yes, ma'am, you can start. Please unmute yourself. Now my voice, is it okay? Yes, ma'am. Perfect. Okay, thank you. Thanks. So, my dear masters and my dear friends, ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਐਕਚੁਅਲੀ ਰੋਜ਼ ਮੈਂ ਮਾਸਟਰ ਬੋਲਦੀ ਹਾਂ ਤੇ ਥੋੜਾ ਲੱਗਦਾ ਹੋਏਗਾ ਨਾ ਕਿ ਮਾਸਟਰ ਕਿਉਂ ਬੋਲਿਆ ਜਾ ਰਿਹਾ ਹੈ। ਮਾਸਟਰ ਇਸ ਪਿੱਛੇ ਬੋਲਿਆ ਜਾ ਰਿਹਾ ਕਿ ਅਸੀਂ ਹੁਣ ਆਪਣੇ ਖੁਦ ਦੇ ਮਾਸਟਰ ਬਣ ਰਹੇ ਹਾਂ, ਕਿਉਂਕਿ ਸਾਨੂੰ ਬਾਹਰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਜੋ ਕੁਝ ਵੀ ਚਾਹੀਦਾ ਹੈ ਸਾਨੂੰ, ਜਿਸ ਵੀ ਚੀਜ਼ ਦੀ ਜ਼ਰੂਰਤ ਹੈ, ਉਹ ਅਸੀਂ ਆਪਣੇ ਅੰਦਰ ਹੀ ਜਾ ਕੇ ਖੁਦ ਦੇ ਕੋਲੋਂ ਹੀ ਜਾ ਕੇ ਲੱਭਣ ਵਾਲੇ ਹਾਂ। ਔਰ ਇਸੇ ਲਈ ਸਾਨੂੰ ਮਾਸਟਰਸ ਵੀ ਕਿਹਾ, ਕਿਉਂਕਿ ਅਸੀਂ ਖੁਦ ਦੇ ਮਾਸਟਰਸ ਬਣ ਰਹੇ ਹਾਂ। ਤੇ ਉਹਦੇ ਲਈ ਅਸੀਂ ਕੁਝ ਐਕਸ਼ਨਸ ਵੀ ਕਰਦੇ ਆ ਰਹੇ ਹਾਂ, ਕੁਝ ਪ੍ਰੈਕਟਿਸਿਸ ਵੀ ਅਸੀਂ ਕਰ ਰਹੇ ਹਾਂ। ਔਰ ਕੱਲ ਜਿਹੜੀ ਅਸੀਂ ਪ੍ਰੈਕਟਿਸ ਕੀਤੀ ਸੀ, ਉਹ ਅਸੀਂ ਕੀ ਕੀਤੀ ਸੀਗੀ ਕਿ ਗੋਡ ਆਲ ਨੋਇੰਗ ਇੰਟੈਲੀਜੈਂਸ ਹੈ, ਔਰ ਮੈਂ ਉਸ ਇੰਟੈਲੀਜੈਂਸ ਨੂੰ ਰਿਸੀਵ ਕਰਨ ਲਈ ਰੈਡੀ ਬੈਠੀ ਹਾਂ। ਰੈਡੀ ਬੈਠਣ ਦਾ ਅਸੀਂ ਤਰੀਕਾ ਕੱਲ ਸਿੱਖ ਲਿਆ ਸੀ। ਔਰ ਅਸੀਂ ਫਿਰ ਇੱਥੇ ਅਸੀਂ ਆਪਣੀ ਗੱਲ ਛੋੜੀ ਸੀ ਕਿ ਜਦੋਂ ਅਸੀਂ ਪੂਰੇ ਤਿਆਰ ਹੋ ਕੇ ਬੈਠ ਜਾਵਾਂਗੇ ਔਰ ਉਸ ਟਾਈਮ ਦੇ ਉੱਤੇ ਸਾਨੂੰ ਜਿਹੜਾ ਮੈਸੇਜ ਆ ਰਿਹਾ ਉਹਨੂੰ ਰਿਸੀਵ ਕਰਨ ਲੱਗਾਂਗੇ, ਤੇ ਉਦੋਂ ਅਸੀਂ ਧਿਆਨ ਕਿਸ ਚੀਜ਼ ਦਾ ਰੱਖਣਾ ਹੈ ਕਿ ਕਿਤੇ ਨੀਂਦ ਨਾ ਆ ਜਾਏ, ਕਿਤੇ ਤੰਦਰਾ ਅਵਸਥਾ ਜਿਹਨੂੰ ਕਹਿੰਦੇ ਨੇ ਉਹ ਨਹੀਂ ਆ ਜਾਏ। ਕਿਉਂਕਿ ਜਦੋਂ ਅਸੀਂ ਅਰਧਬੇਹੋਸ਼ੀ ਦੀ ਅਵਸਥਾ ਚ ਹੋਵਾਂਗੇ ਤੇ ਕਿਹੜੇ ਥਾਟ ਸਾਨੂੰ, ਅਸੀਂ ਹਾਇਰ ਸੈਲਫ ਨਾਲ ਕਨੈਕਟਡ ਆ ਜਾਂ ਅਸੀਂ ਲੋਅਰ ਸੈਲਫ ਨਾਲ ਕਨੈਕਟਡ ਆ, ਗੁਰਮੁਖ ਵਾਲਾ ਪਾਰਟ ਸਾਡੇ ਦੇ ਉੱਤੇ ਹਾਵੀ ਹੈ ਜਾਂ ਮਨਮੁਖ ਵਾਲਾ ਪਾਰਟ ਸਾਡੇ ਤੇ ਆ ਕੇ ਹਾਵੀ ਹੋ ਗਿਆ, ਸਾਨੂੰ ਪਤਾ ਨਹੀਂ ਚੱਲੇਗਾ। ਇਸ ਲਈ ਸਾਨੂੰ ਆਪਣੀ ਅਵੇਅਰਨੈਸ ਦੇ ਉੱਤੇ, ਅਲਰਟਨੈਸ ਦੇ ਉੱਤੇ ਕੰਮ ਕਰਨਾ ਸੀ। ਇੱਥੇ ਅਸੀਂ ਕੱਲ ਆਪਣੀ ਗੱਲ ਛੋੜੀ ਸੀ। ਔਰ ਥਾਟ ਆਣਗੇ ਔਰ ਥਾਟ ਨੂੰ ਰਿਸੀਵ ਕਰਨ ਲੱਗਿਆ ਅਸੀਂ ਕਿਸ ਚੀਜ਼ ਦਾ ਧਿਆਨ ਰੱਖਣ ਵਾਲੇ ਸੀ ਕਿ ਜਿਹੜਾ ਸਿਗਨਲ ਜਿਹੜਾ ਸਾਨੂੰ ਮਿਲਣ ਵਾਲਾ ਹੈ ਬਾਡੀ ਦੇ ਉੱਤੇ ਲੈਵਲ ਤੇ, ਅਸੀਂ ਸਿਗਨਲ ਦੀ ਪ੍ਰੈਕਟਿਸ ਕੀਤੀ ਸੀ ਨਾ ਕਿ ਬਾਡੀ ਦੇ ਲੈਵਲ ਤੇ ਸਾਨੂੰ ਕੋਈ ਸਿਗਨਲ ਮਿਲਣ ਵਾਲਾ ਹੈ, ਤੋ ਉਸ ਸਿਗਨਲ ਦੇ ਉੱਤੇ ਅਸੀਂ ਫੋਕਸ ਰੱਖਣ ਵਾਲੇ ਸੀ। ਔਰ ਥਾਟ ਤੋਂ ਦੇਖੋ, ਹੁਣ ਜਿਹੜੇ ਥਾਟ ਆਣਗੇ, ਆਏਗਾ ਤਾਂ ਵਿਚਾਰ ਹੀ, ਜਿਹੜਾ ਥਾਟ ਆਏਗਾ ਉਸ ਥਾਟ ਨੂੰ ਅਸੀਂ ਉੱਚੀ ਬੋਲਾਂਗੇ। ਹੁਣ ਬੋਲੋਗੇ ਵੀ ਉੱਚੀ ਕਿਉਂ ਬੋਲਾਂਗੇ, ਇਹ ਤਾਂ ਅਨਨੈਸੈਸਰੀ ਹੈ, ਮੈਂ ਇਕੱਲੀ ਕਮਰੇ 'ਚ ਬੈਠੀ ਹਾਂ ਤੇ ਮੈਂ ਉੱਚੀ ਕਿਉਂ ਬੋਲਾਂਗੀ। ਉੱਚੇ ਇਸ ਪਿੱਛੇ ਬੋਲਣਾ ਹੈ, ਅੱਜ ਦੀ ਅਵਸਥਾ ਜਿਹੜੀ ਹੁਣ ਸਾਡੀ ਅਵਸਥਾ ਚੱਲ ਰਹੀ ਹੈ, ਇਸ ਅਵਸਥਾ ਵਿੱਚ ਉੱਚੀ ਬੋਲਣਾ, ਜਿਹੜੇ ਸਾਡੇ ਵਿਚਾਰ ਆਣਗੇ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਚੱਲ ਜਾਏ ਕਿ ਇਹ ਜਿਹੜੇ ਮੇਰੇ ਥਾਟ ਆ ਰਹੇ ਨੇ ਇਹ ਮੇਰੇ ਹਾਇਰ ਸੈਲਫ ਤੋਂ ਆ ਰਹੇ ਨੇ, ਲੋਅਰ ਸੈਲਫ ਤੋਂ ਨਹੀਂ ਆ ਰਹੇ। ਕਿਉਂਕਿ ਮੇਰਾ ਲੋਅਰ ਸੈਲਫ ਵੀ ਐਕਟਿਵ ਹੈ, ਉਹ ਦੇਖੋਗੇ ਉਹਦੇ ਵਿਚਾਰ ਵੀ ਅੰਦਰ ਪਿੱਛੋਂ ਕੁਛ ਨਾ ਕੁਛ ਮਰਮਰ ਉਹਦੀ ਵੀ ਚੱਲਦੀ ਰਹਿੰਦੀ ਹੈ, ਉਹਦੀ ਬੜਬੜ ਉਹਦੀ ਖਤਮ ਨਹੀਂ ਹੁੰਦੀ। ਹੁਣ ਤੁਸੀਂ ਔਰ ਮੈਂ ਵੀ ਗੱਲ ਕਰ ਰਹੇ ਹਾਂ, ਮੈਂ ਬੋਲ ਰਹੀ ਹਾਂ, ਤੁਸੀਂ ਸੁਣ ਰਹੇ ਹੋ, ਬੋਲਦੇ ਹੋਏ ਵੀ ਮੇਰੇ ਅੰਦਰ ਕੋਈ ਬੋਲ ਰਿਹਾ, ਮਤਲਬ ਮੈਂ ਔਰ ਸੁਣ ਵੀ ਰਹੀ ਹਾਂ, ਮੇਰੇ ਅੰਦਰ ਟਾਕ ਚੱਲ ਰਹੀ ਹੈ, ਤੁਹਾਡੇ ਅੰਦਰ ਵੀ ਟਾਕ ਚੱਲ ਰਹੀ ਹੋਏਗੀ। ਯਾਨੀ ਮੇਰਾ ਜਿਹੜਾ ਅੰਦਰ ਇੱਕ ਹੋਰ ਹੈ ਜਿਹੜਾ ਕਿ ਬੋਲਦਾ ਵੀ ਕੰਟੀਨਿਊਸ ਔਰ ਸੁਣ ਵੀ ਰਿਹਾ। ਔਰ ਮੈਂ ਹੁਣ ਇੱਕ ਰਿਲੇਸ਼ਨ ਬਣਾਉਣ ਜਾ ਰਹੀ ਹਾਂ, ਪ੍ਰੋਪਰ ਮੈਸੇਜ ਨੂੰ ਰਿਸੀਵ ਕਰਨਾ ਹੈ। ਤਾਂ ਉਹਦੇ ਲਈ ਕੀ ਹੈ ਕਿ ਜਿਹੜੇ ਅਨਵਾਂਟਡ ਕਲਟਰ ਹੈ, ਜਿਹੜਾ ਅਨਵਾਂਟਡ ਮੇਰੇ ਬ੍ਰੇਨ ਦੇ ਅੰਦਰ, ਜਿਹੜਾ ਮੇਰਾ ਕੰਟਰਾਸਟ ਮਾਈਂਡ ਕਹਿ ਲਈਏ, ਤੋਲੂ ਮਨ ਕਹਿ ਲਈਏ, ਉਹਨੂੰ ਅਸੀਂ ਲੋਅਰ ਫ੍ਰੀਕੁਐਂਸੀ ਕਹਿ ਲਈਏ, ਜਾਂ ਅਸੀਂ ਉਹਨੂੰ ਗੁਰਬਾਣੀ ਦੇ ਹਿਸਾਬ ਨਾਲ ਮਨਮੁਖ ਕਹਿ ਲਈਏ, ਮੇਰੇ ਅੰਦਰ ਦਾ ਮੇਰੀ ਜਿਹੜਾ ਲੋਅਰ ਦੀਆਂ ਚੀਜ਼ਾਂ ਦੇ ਨਾਲ ਅਟੈਚ ਹੋ ਕੇ ਆਪਣੀ ਉਸ ਫੀਲਿੰਗ ਦੇ ਨਾਲ ਗੱਲ ਕਰਦਾ ਰਹਿੰਦਾ ਹੈ, ਧਰਤੀ ਦੀ ਗ੍ਰੈਵਿਟੀ ਦੇ ਨਾਲ ਅਟੈਚ ਹੋ ਕੇ ਜਿਹੜੀਆਂ ਵੀ ਚੀਜ਼ਾਂ ਦੇਖ ਰਿਹਾ, ਮਹਿਸੂਸ ਕੀਤਾ, ਉਹਦੇ ਨਾਲ ਜਿਹੜੀਆਂ ਮੇਰੀ ਬਾਡੀ ਦਾ ਉਹ ਹਿੱਸਾ ਜਿਹੜਾ ਗੱਲ ਕਰ ਰਿਹਾ, ਫਾਲਤੂ ਦੀ ਟਾਕ ਹੈ ਉਹਦੀ, ਮੈਂ ਉਹਦੇ ਤੋਂ ਧਿਆਨ ਹਟਾ ਕੇ ਉੱਚੀ ਬੋਲਣਾ ਸਿੱਖਾਂ। ਅੱਜ ਤੱਕ ਤੋਂ ਮੈਂ ਕੀ ਕੀਤਾ ਕਿ ਜਦੋਂ ਵੀ ਮੇਰਾ ਲੋਅਰ ਸੈਲਫ ਬੋਲਦਾ ਰਿਹਾ, ਉਹਨੇ ਕਿਹਾ ਤੂੰ ਬਹੁਤ ਦੁਖੀ ਹੈ, ਤੇਰੇ ਨਾਲ ਧੋਖਾ ਹੋ ਗਿਆ, ਤੇਰੇ ਨਾਲ ਇਸ ਤਰ੍ਹਾਂ ਹੋ ਗਿਆ, ਔਰ ਫਟਾਫਟ ਅਸੀਂ ਉਹ ਥਾਟ ਨੂੰ ਪਕੜਿਆ ਔਰ ਸੀਨ ਕ੍ਰੀਏਟ ਕਰ ਦਿੱਤੇ। ਲੇਕਿਨ ਹੁਣ ਅਸੀਂ ਕੀ ਕਰ ਰਹੇ ਹਾਂ, ਹਾਇਰ ਸੈਲਫ ਨਾਲ ਆਪਣਾ ਰਿਲੇਸ਼ਨ ਬਣਾ ਰਹੇ ਹਾਂ ਨਾ, ਤੇ ਸਾਨੂੰ ਕੀ ਕਰਨਾ ਹੈ ਕਿ ਇਹ ਜਿਹੜੇ ਥਾਟ ਹਾਇਰ ਸੈਲਫ ਤੋਂ ਆ ਰਹੇ ਨੇ ਉਹਨੂੰ ਅਸੀਂ ਉੱਚੀ ਬੋਲਾਂਗੇ, ਔਰ ਜਿਹੜੇ ਬਾਕੀ ਦੇ ਥਾਟਸ ਮੇਰੇ ਅੰਦਰ ਆ ਰਹੇ ਨੇ ਉਹਨਾਂ ਨੂੰ ਮੈਂ ਨਜ਼ਰਅੰਦਾਜ਼ ਕਰ ਦਾਂਗੀ। ਧੀਰੇ ਧੀਰੇ ਕੀ ਹੋ ਜਾਏਗਾ ਕਿ ਜਿਹੜੇ ਮੇਰੇ ਅੰਦਰ ਦਾ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਚੈਟਰ ਚੱਲਦੀ ਪਈ ਹੈ, ਬੈਕਗ੍ਰਾਉਂਡ ਦੇ ਵਿੱਚ ਜਿਹੜੀ ਫालतू ਦੀ ਟਾਕ ਚੱਲ ਰਹੀ ਹੈ, ਉਹ ਸਾਨੂੰ ਸਮਝ ਆਣੀ ਸ਼ੁਰੂ ਹੋ ਜਾਏਗੀ ਕਿ ਇਹ ਜਿਹੜੀ ਟਾਕ ਜਿਹੜੀ ਮੇਰੇ ਅੰਦਰ ਚੱਲ ਰਹੀ ਹੈ ਬੈਕਗ੍ਰਾਉਂਡ ਦੇ ਵਿੱਚ, ਇਹ ਫालतू ਦੀ ਟਾਕ ਹੈ, ਇਹਦੇ ਤੇ ਮੈਂ ਫੋਕਸ ਨਹੀਂ ਕਰਨਾ ਹੈ। ਔਰ ਜਿਹੜੇ ਮੇਰੇ ਹਾਇਰ ਸੈਲਫ ਦੇ ਥਾਟਸ ਆ ਰਹੇ ਨੇ ਉਹਨਾਂ ਨੂੰ ਮੈਂ ਉੱਚੀ ਬੋਲਣ ਵਾਲੀ ਹਾਂ। ਤੋ ਧੀਰੇ ਧੀਰੇ ਸਾਨੂੰ ਇਹ ਕੰਮ ਈਜ਼ੀ ਲੱਗਣਾ ਸ਼ੁਰੂ ਹੋ ਜਾਏਗਾ। ਇਹਦੇ ਲਈ ਸਾਨੂੰ ਸ਼ਰਮ ਆਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਕਮਰੇ 'ਚ ਇਕੱਲੇ ਬੈਠੇ ਹਾਂ ਔਰ ਸਾਨੂੰ ਕੋਈ ਦੂਸਰਾ ਇਨਸਾਨ ਸੁਣ ਨਹੀਂ ਰਿਹਾ ਹੈ।
ਔਰ ਇਹ ਸਾਡੀ ਕੀ ਹੈ, ਪ੍ਰਾਈਵੇਟ ਵਿਜ਼ਿਟ ਹੈ। ਮੈਂ ਕਿੱਥੇ ਜਾ ਰਹੀ ਹਾਂ, ਜਦੋਂ ਅਸੀਂ ਕਿਸੇ ਨੂੰ ਵਿਜ਼ਿਟ ਕਰਨ ਜਾਂਦੇ ਹਾਂ, ਕਿਸੇ ਦੇ ਘਰ 'ਚ ਬਾਹਰ ਮਿਲਣ ਜਾਂਦੇ ਹਾਂ, ਲੇਕਿਨ ਇਹ ਤਾਂ ਮੇਰੀ ਪ੍ਰਾਈਵੇਟ ਵਿਜ਼ਿਟ ਹੈ। ਮੈਂ ਆਪਣੇ ਅੰਦਰ ਆਪਣੇ ਹੀ ਸੋਲ ਨੂੰ, ਆਪਣੇ ਹੀ ਹਾਇਰ ਸੈਲਫ ਨੂੰ ਮਿਲਣ ਵਾਸਤੇ ਜਾ ਰਹੀ ਹਾਂ। ਤਾਂ ਇਹ ਮੇਰੀ ਪ੍ਰਾਈਵੇਟ ਵਿਜ਼ਿਟ ਹੈ। ਔਰ ਉਸ ਦੇ ਨਾਲ ਮੇਰੀ ਜੋ ਵੀ ਗੱਲਬਾਤ ਹੋ ਰਹੀ ਹੈ ਅੰਦਰ, ਆਪਣੇ ਅਨਰ ਦੇ ਨਾਲ, ਆਪਣੇ ਹਾਇਰ ਸੈਲਫ ਦੇ ਨਾਲ, ਉਹਨੂੰ ਮੈਂ ਉੱਚੀ ਬੋਲ ਕੇ ਐਕਸਪ੍ਰੈਸ ਕਰਨਾ ਹੈ। ਇਹਦੇ 'ਚ ਕੋਈ ਗਲਤ ਕੰਮ ਨਹੀਂ ਹੈਗਾ। ਔਰ ਕਿਉਂਕਿ ਅਸੀਂ ਹੁਣ ਉਹ ਲੋਕ ਨਹੀਂ ਹੈਗੇ ਜਿਹੜੇ ਬੇਹੋਸ਼ੀ ਦੇ ਵਿੱਚ ਜ਼ਿੰਦਗੀ ਜੀ ਰਹੇ ਹਾਂ। ਹੁਣ ਅਸੀਂ ਆਪਣਾ ਹਰ ਐਕਸ਼ਨ ਬੜੀ ਅਵੇਅਰਨੈਸ ਦੇ ਨਾਲ, ਬੜੇ ਹੋਸ਼ ਦੇ ਨਾਲ ਅਸੀਂ ਜੀ ਰਹੇ ਹਾਂ। ਬੇਹੋਸ਼ੀ ਵਾਲਾ ਜੀਵਨ ਅਸੀਂ ਛੋੜ ਦਿੱਤਾ ਹੈ। ਫਿਰ ਆ ਜਾਂਦਾ ਹੈ ਕਿ ਇਸ ਹਫਤੇ ਜਿਹੜੇ ਵੀ ਸਾਨੂੰ ਮੈਸੇਜ ਮਿਲਣਗੇ, ਉਹ ਕਿਹੜੇ ਮਿਲਣ ਵਾਲੇ ਨੇ, ਉਹ ਸਟੇਟਮੈਂਟ ਕਿਹੜੀਆਂ ਹੋਣਗੀਆਂ, ਉਹ ਸਟੇਟਮੈਂਟਸ ਹੋਣਗੀਆਂ ਜਿਹੜੀਆਂ ਕਿ ਬੇਸਿਕ ਟਰੂਥ ਹੈ, ਬੇਸਿਕ ਲਾਅ ਨੇ ਕੁਦਰਤ ਦੇ, ਬੇਸਿਕ ਜਨਰਲ ਟਰੂਥ, ਜਿਹੜਾ ਬੇਸਿਕ ਟਰੂਥ ਹੈ, ਹਰ ਜਿਹੜੀ ਯੂਨੀਵਰਸਲ ਲਾਅ, ਜਿਹੜੀ ਸੱਚਾਈ ਜਿਹਨੂੰ ਕਹਿੰਦੇ ਆ, ਉਹ ਟਰੂਥ ਜਿਹੜਾ ਹਰ ਜਗ੍ਹਾ ਤੇ, ਹਰ ਏਰੀਆ ਦੇ ਵਿੱਚ ਸੱਚ ਹੈ। ਇੱਥੇ ਵੀ ਸੱਚ ਹੈ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਉਹ ਸੱਚ ਹੈ। ਜਿਸ ਤਰ੍ਹਾਂ ਅੱਗ ਹੈ, ਤਾਂ ਅੱਗ ਗਰਮ ਹੈ, ਅੱਗ ਦੇ ਵਿੱਚ ਹੱਥ ਪਾਵਾਂਗੇ ਤਾਂ ਜਲੇਗਾ। ਇਹ ਬੇਸਿਕ ਹੈ ਨਾ। ਇਹੋ ਜਿਹੀ ਕੋਈ ਨੌਲੇਜ ਜਿਹੜੀ ਕਿ ਬੇਸਿਕ ਟਰੂਥ ਨੇ, ਸਾਨੂੰ ਉਹਨਾਂ ਦੇ ਬਾਰੇ ਹੀ ਪਤਾ ਚੱਲਣ ਵਾਲਾ ਹੈ। ਔਰ ਇਹ ਜਿਹੜੇ ਬੇਸਿਕ ਟਰੂਥ ਦਾ ਕੀ ਹੈ ਕਿ ਹਰ ਜਗ੍ਹਾ ਤੇ, ਹਰ ਕਿਸਮ ਦੇ ਲੋਕ ਦੇ ਨਾਲ ਇਹ ਐਪਲੀਕੇਬਲ ਹੋ ਜਾਂਦਾ ਹੈ। ਇਹ ਨਹੀਂ ਕਿ ਇੰਡੀਆ 'ਚ ਕੁਝ ਹੋਰ ਹੈ ਤੇ ਬਾਹਰ ਜਾ ਕੇ ਕੁਝ ਹੋਰ ਹੋਣ ਵਾਲਾ ਹੈ। ਸੂਰਜ ਹੈ ਤਾਂ ਸੂਰਜ ਇੱਥੇ ਵੀ ਇੱਕੋ ਜਿਹਾ ਹੀ ਹੈ। ਅਗਰ ਇੰਡੀਆ ਤੋਂ ਬਾਹਰ ਵੀ, ਅਗਰ ਅਮਰੀਕਾ ਦੇ ਵਿੱਚ ਵੀ ਹੈ, ਤਾਂ ਸੂਰਜ ਹੀ ਉਹਦੇ ਸੇਮ, ਸਭ ਕੁਆਲਿਟੀਜ਼ ਔਰ ਸਭ ਚੀਜ਼ਾਂ ਸੇਮ ਰਹਿਣ ਵਾਲੀਆਂ ਨੇ, ਕੋਈ ਫਰਕ ਹੋਣ ਵਾਲਾ ਨਹੀਂ ਹੈ। ਤੇ ਇਹੋ ਜਿਹੀਆਂ ਸਟੇਟਮੈਂਟ ਜਿਹੜੀਆਂ ਨੇ ਸਾਨੂੰ ਮਿਲਣ ਵਾਲੀਆਂ ਨੇ। ਔਰ ਇਹ ਟਰੂਥ, ਯੂਨੀਵਰਸਲ ਟਰੂਥ, ਜਿਹੜੇ ਯੂਨੀਵਰਸਲ ਲਾਅ ਨੇ, ਇਹਨਾਂ ਦੇ ਬਾਰੇ ਸਾਨੂੰ ਇਸ ਪਿੱਛੇ ਗਾਈਡ ਕੀਤਾ ਜਾ ਰਿਹਾ ਹੁੰਦਾ ਹੈ ਸਾਡੇ ਹਾਇਰ ਸੈਲਫ ਦੇ ਦੁਆਰਾ, ਤਾਂ ਕਿ ਅਸੀਂ ਜਿਹੜਾ ਜੀਵਨ ਇਸ ਧਰਤੀ ਦੇ ਉੱਤੇ, ਜਿਹੜਾ ਲਾਈਫ ਸਪੈਨ ਅਸੀਂ ਸਪੈਂਡ ਕਰਨ ਆਏ ਹਾਂ, ਜਿਹੜਾ ਜੀਵਨ ਮੈਂ, ਜਿਹੜਾ ਕੋਈ ਵੀ, ਜਿतना भी ਮੈਨੂੰ ਜੀਵਨ 50 ਸਾਲ 60 ਸਾਲ 70 ਸਾਲ ਜਿतना ਵੀ ਮੈਨੂੰ ਜੀਵਨ ਮਿਲਿਆ ਹੈ ना, आजकल तो 100 साल ਦੇ ਅੰਦਰ ਅੰਦਰ ਹੀ ਸਾਰਾ ਕੁਝ ਨਿਪਟ ਜਾਂਦਾ ਹੈ। तो जितना भी ਮੈਨੂੰ ਲਾਈਫ ਸਪੈਨ ਮਿਲਿਆ ਹੈ, ਇਸ ਲਾਈਫ ਨੂੰ, ਇਸ ਆਪਣੇ ਲਾਈਫ ਨੂੰ, ਜੀਵਨ ਨੂੰ ਮੈਂ ਬੜੇ ਆਨੰਦ ਦੇ ਨਾਲ, ਬੜੀ ਅਬੰਡੈਂਸ ਦੇ ਨਾਲ, ਬੜੀ ਹੈਪੀਨੈਸ, ਖੁਸ਼ੀ ਦੇ ਨਾਲ, ਅਬੰਡੈਂਸ ਦੇ ਨਾਲ, ਹੈਲਥ ਦੇ ਨਾਲ, ਮਤਲਬ ਟੋਟਲ ਅੱਛੇ ਤਰੀਕੇ ਦੇ ਨਾਲ, ਮੈਂ ਇੱਕ ਕੰਪਲੀਟ ਪੈਕੇਜ ਦੇ ਨਾਲ ਮੈਂ ਆਪਣਾ ਇਸ ਜੀਵਨ ਨੂੰ ਜੀ ਪਾਵਾਂ। ਇਸ ਲਈ ਮੈਨੂੰ ਯੂਨੀਵਰਸਲ ਟਰੁੱਥ ਦੇ ਬਾਰੇ ਹੀ ਇਹਨਾਂ ਦਿਨਾਂ ਦੇ ਵਿੱਚ, ਜਿਹੜਾ ਹੁਣ ਮੇਰੀ ਪ੍ਰੈਕਟਿਸ ਚੱਲ ਰਹੀ ਹੈ, ਉਹਨਾਂ ਦੇ ਬਾਰੇ ਦੱਸਿਆ ਜਾਏਗਾ। ਇਸ ਹਫਤੇ ਸਾਨੂੰ ਕੋਈ ਐਸਾ ਮੈਸੇਜ ਨਹੀਂ ਆਏਗਾ ਜਿਹਨੂੰ ਮੈਂ ਕਹਾਂ ਕਿ ਮੇਰੀ ਭਵਿष्यवाणी ਹੋ ਗਈ है ना, या ਮੈਨੂੰ स्टॉक मार्केट ਦੇ ਸ਼ੇਅਰ ਦੇ ਬਾਰੇ ਪਤਾ ਚੱਲ ਰਿਹਾ ਕਿ ਇਹ ਸ਼ੇਅਰ ਉੱਪਰ ਜਾਏਗਾ ਜਾਂ ਇਹ ਸ਼ੇਅਰ ਨੀਚੇ ਚਲੇ ਜਾਏਗਾ, ਜਾਂ ਮੇਰੇ ਬੇਟੇ ਦੀ ਸ਼ਾਦੀ ਕਦੋਂ ਹੋਏਗੀ, ਜਿਹੜਾ ਰਿਸ਼ਤਾ ਆਇਆ ਹੈ, ਕਿਹੜਾ ਰਿਸ਼ਤਾ, ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕਿਹੜਾ ਰਿਸ਼ਤਾ ਮੇਰੇ ਬੇਟੇ ਲਈ ਜਾਂ ਬੇਟੀ ਲਈ ਬੈਸਟ ਹੈ, ਇਹੋ ਜਿਹਾ ਕੋਈ ਮੈਸੇਜ। ਜਾਂ ਮੈਂ ਕਹਾਂ ਕਿ ਇਹ ਮੈਂ ਜੌਬ ਛੋੜਨੀ ਹੈ, ਜਾਂ ਮੈਂ ਜੌਬ ਲਵਾਂ, ਨਵੀਂ ਜੌਬ ਢੂੰਡਾਂ, ਜਾਂ ਮੈਨੂੰ ਡਾਈਵੋਰਸ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਯਾਨੀ ਮੈਨੂੰ ਇਹ ਸ਼ਿਫਟ ਹੋਣਾ ਚਾਹੀਦਾ ਨਹੀਂ, ਮੇਰੇ ਇਹੋ ਜਿਹੇ ਜਿਹੜੇ ਮੇਰੇ ਡੇਲੀ ਰੂਟੀਨ ਦੀਆਂ ਜਿਹੜੀਆਂ ਮੇਰੀਆਂ ਪ੍ਰੋਬਲਮਸ ਨੇ, ਇਹਨਾਂ ਨਾਲ ਰਿਲੇਟਡ ਸ਼ੁਰੂ ਦੇ ਵਿੱਚ ਮੈਨੂੰ ਕੋਈ ਵੀ ਮੈਸੇਜ ਨਹੀਂ ਆਉਣ ਵਾਲਾ ਹੈ। ਇਹ ਅਸੀਂ ਇੱਕ ਸਮਝ ਕੇ ਚੱਲੀਏ ਕਿ ਇਹੋ ਜਿਹਾ ਮੈਸੇਜ ਸਾਨੂੰ, ਅਸੀਂ ਰਿਸੀਵ ਕਰਨ ਲਈ ਬੈਠੇ ਨਹੀਂ ਆ, ਅਸੀਂ ਬੈਠੇ ਹੀ ਨਹੀਂ ਆ ਇਹੋ ਜਿਹਾ ਕੋਈ ਮੈਸੇਜ, ਔਰ ਸਾਨੂੰ ਆਏਗਾ ਵੀ ਨਹੀਂ। ਕਿਉਂਕਿ ਅਗਰ ਅਸੀਂ ਇਸ ਤਰੀਕੇ ਦਾ ਕੋਈ ਮੈਸੇਜ, ਸਾਨੂੰ ਲੱਗ ਰਿਹਾ ਕਿ ਸਾਨੂੰ ਇਸ ਤਰੀਕੇ ਦੇ ਮੈਸੇਜ ਆ ਰਹੇ ਨੇ, ਤਾਂ ਇਟ ਮੀਨਸ ਅਸੀਂ ਆਪਣੇ ਲੋਅਰ ਸੈਲਫ ਦੇ ਨਾਲ, ਜਾਂ ਜਿਹੜਾ ਬੈਕਗ੍ਰਾਉਂਡ ਦੇ ਵਿੱਚ ਚੈਟਰ ਚੱਲ ਰਿਹਾ, ਇਹ ਮੈਸੇजेस ਉੱਥੋਂ ਆ ਰਹੇ ਨੇ, ਹਾਇਰ ਤੋਂ, ਮੇਰੇ ਈਸ਼ਵਰ ਤੋਂ, ਅਕਾਲ ਪੁਰਖ ਤੋਂ, ਪਰਮਾਤਮਾ ਤੋਂ, ਮੇਰੇ ਉਸ ਚੈਤन्य ਤੋਂ, ਉਸ ਕੌਨਸ਼ੀਅਸਨੈਸ ਤੋਂ, ਉਹ ਜਿਹੜੀ ਆਲ ਨੋਇੰਗ ਇੰਟੈਲੀਜੈਂਸ ਹੈ, ਉੱਥੋਂ ਇਹ ਮੈਸੇजेस ਨਹੀਂ ਆ ਰਹੇ ਨੇ। ਇਹ ਅਸੀਂ ਸਮਝ ਕੇ ਚਲੀਏ, ਇਹ ਬੈਕਗ੍ਰਾਉਂਡ ਦਾ ਚੈਟਰ ਹੈ ਖਾਲੀ। ਹੁਣ ਸਾਰੀ ਸਾਡੇ ਕੋਲ ਜ਼ਿੰਦਗੀ ਪਈ ਹੈ, ਅਸੀਂ ਪਹਿਲੇ ਇੱਕ ਪ੍ਰੋਪਰ ਵੇ ਸਿੱਖ ਲਈਏ, ਚੈਨਲਿੰਗ ਕਰ ਲਈਏ, ਅਕਾਲ ਪੁਰਖ ਦੇ ਨਾਲ ਆਪਣੇ ਆਪ ਨੂੰ ਕਿਸ ਤਰ੍ਹਾਂ ਜੋੜਨਾ, ਉਸ ਰਸਤੇ ਦੇ ਬਾਰੇ ਜਾਣ ਲਈਏ, ਤੇ ਫਿਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਵੀ ਧੀਰੇ ਧੀਰੇ ਪਤਾ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਲੇਕਿਨ ਅੱਜ ਕਿਉਂਕਿ ਅਸੀਂ ਉਸ ਰਸਤੇ ਦੇ ਬਾਰੇ ਜਾਣੂ ਨਹੀਂ ਆ, ਸਾਨੂੰ ਉਸ ਰਸਤੇ ਦਾ ਪਤਾ ਨਹੀਂ ਹੈ, ਤੇ ਸਾਨੂੰ ਅੱਜ ਕੀ ਕਰਨਾ ਹੈ ਕਿ ਬੜੀ ਅਵੇਅਰਨੈਸ ਦੇ ਨਾਲ ਉਸ ਰਸਤੇ ਦਾ ਪਹਿਲੇ ਪਤਾ ਸਿੱਖਣਾ ਹੈ। ਰਸਤਾ ਤੋਂ ਪਹਿਲੇ ਜਾਣ ਲਈਏ ਅਸੀਂ ਖੁਦ ਕਿ ਕਿਹੜਾ ਰਸਤਾ ਹੈ। ਦੇਖੋ, ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਹੁੰਦੇ ਸੀ, ਮਰਦਾਨਿਆਂ ਰਬਾਬ ਉਠਾ ਬਾਣੀ ਆਈ ਹੈ। ਔਰ ਮਰਦਾਨਾ ਰਬਾਬ ਉਠਾਉਂਦਾ ਸੀ, ਔਰ ਗੁਰੂ ਨਾਨਕ ਦੇਵ ਜੀ ਬਾਣੀ ਬੋਲਣੀ ਸ਼ੁਰੂ ਕਰ ਦਿੰਦੇ ਸੀ।
ਬਾਣੀ ਕਿਸ ਤਰ੍ਹਾਂ ਆਉਂਦੀ ਸੀ? ਰਾਗ ਦੇ ਵਿੱਚ, ਪ੍ਰੋਪਰ ਰਾਗ ਨੇ, ਹੈ ਨਾ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਬਾਣੀ ਆਉਂਦੀ ਸੀ। ਉਹਨਾਂ ਨੂੰ ਇਹ ਕਲੈਰਿਟੀ ਸੀ ਕਿ ਉਹ ਕਨੈਕਟਡ ਨੇ ਹਾਇਰ ਸੈਲਫ ਦੇ ਨਾਲ, ਜਿਹੜੀ ਵੀ ਚੀਜ਼ ਆ ਰਹੀ ਹੈ ਹਾਇਰ ਸੈਲਫ ਤੋਂ ਆ ਰਹੀ ਹੈ। ਉਹਨਾਂ ਦੇ ਅੰਦਰ ਜਿਹੜੀ ਚੈਟਰ ਚੱਲ ਰਹੀ ਹੈ ਨਾ, ਸਾਡੇ ਅੰਦਰ ਜਿਹੜੀ ਚੈਟਰ ਚੱਲਦੀ ਰਹਿੰਦੀ ਹੈ ਨੌਨ ਸਟਾਪ, ਜਿਹੜਾ ਸਾਡਾ ਲੋਅਰ ਸੈਲਫ, ਜਿਹੜਾ ਮੇਰੀ ਬੋਡੀ ਦਾ ਪਾਰਟ ਲੋਅਰ ਸੈਲਫ ਦੇ ਨਾਲ ਜੁੜਿਆ ਹੋਇਆ ਹੈ, ਔਰ ਉੱਥੋਂ ਚੀਜ਼ਾਂ ਫੀਲ ਕਰਕੇ ਕੁਝ ਚੀਜ਼ਾਂ ਉਹ ਬੋਲ ਰਿਹਾ ਹੁੰਦਾ, ਪਿੱਛੇ ਬੈਠ ਕੇ ਬੋਲੀ ਜਾ ਰਿਹਾ, ਬੈਕਗ੍ਰਾਉਂਡ ਦੇ ਵਿੱਚ ਬੋਲੀ ਜਾ ਰਿਹਾ ਹੁੰਦਾ। ਗੁਰੂ ਨਾਨਕ ਦੇਵ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸੀ, ਉਹਨਾਂ ਦਾ ਡਾਇਰੈਕਟ ਸੰਬੰਧ ਸੀ, ਔਰ ਉਹਨਾਂ ਦੀ ਉਹਨਾਂ ਨੂੰ ਉੱਥੋਂ ਹੀ ਹਰ ਚੀਜ਼ ਆ ਰਹੀ ਸੀ, ਔਰ ਉਹਨਾਂ ਨੂੰ ਰਸਤਾ ਕਲੀਅਰ ਸੀ। ਲੇਕਿਨ ਕਿਉਂਕਿ ਸਾਨੂੰ ਹਾਲੇ ਉਸ ਰਸਤੇ ਦਾ ਪਤਾ ਨਹੀਂ ਹੈ, ਅਸੀਂ ਤਾਂ ਹਾਲੇ ਉਹ ਰਸਤਾ ਲੱਭ ਰਹੇ ਹਾਂ ਕਿ ਜਿੱਥੋਂ ਉਹ ਚੀਜ਼ਾਂ ਹਾਇਰ ਸੈਲਫ ਨਾਲ ਕਨੈਕਟ ਹੋ ਕੇ ਉਹ ਚੀਜ਼ਾਂ ਐਜ਼ ਇਟ ਇਜ਼ ਸਾਡੀ ਤਰਫ ਆ ਜਾਣ। ਤੇ ਇਸ ਕਰਕੇ ਸਾਨੂੰ ਫਿਲਹਾਲ ਜਿਹੜਾ ਜਨਰਲ ਟਰੁੱਥ ਹੈ, ਜਿਹੜਾ ਯੂਨੀਵਰਸਲ ਲਾਅ ਹੈ, ਇਹਨਾਂ ਦੇ ਉੱਤੇ ਕੁਝ ਟਾਈਮ ਡਿਪੈਂਡ ਰਹਿਣਾ ਪਏਗਾ, ਤਾਂ ਕਿ ਸਾਨੂੰ ਉਸ ਰਸਤੇ ਦੇ ਬਾਰੇ ਅਸੀਂ ਪੂਰੀ ਤਰੀਕੇ ਨਾਲ ਜਾਣੂ ਹੋ ਜਾਈਏ। ਇਸ ਨੂੰ ਅਸੀਂ ਦੋ ਐਗਜ਼ਾਮਪਲ ਨਾਲ ਇਸ ਗੱਲ ਨੂੰ ਸਮਝ ਸਕਦੇ ਹਾਂ। ਪਹਿਲਾ ਐਗਜ਼ਾਮਪਲ ਤਾਂ ਅਸੀਂ ਦ੍ਰੋਪਦੀ ਦਾ ਹੀ ਲੈ ਲਈਏ। ਜਦੋਂ ਦ੍ਰੋਪਦੀ ਨੂੰ ਇਹ ਸਾਰਾ ਸੀਨ, ਉਹਦਾ ਚੀਰ ਹਰਨ ਦਾ ਸੀਨ ਚੱਲ ਰਿਹਾ ਸੀ, ਤੇ ਦ੍ਰੋਪਦੀ ਨੇ ਸਭ ਤੋਂ ਪਹਿਲੇ, ਹੁਣ ਪਾਕਵੇਵ ਨਹੀਂ ਬਣਿਆ ਨਾ ਉਹਦਾ ਦੇ ਅੰਦਰ, ਤੇ ਉਹਨੇ ਸਭ ਤੋਂ ਪਹਿਲੇ ਚੈਟਰ ਬਾਕਸ ਕੀ ਹੋਇਆ, ਮੈਂ ਰਾਣੀ ਦੀ ਧੀ ਆ, ਰਾਜ ਇੰਨੇ ਵੱਡਾ ਰਾਜਾ, ਰਾਜੇ ਦੀ ਧੀ ਸੀ, ਰਾਜੇ ਦੇ ਘਰ ਵੀ ਆਈ ਗਈ, ਰਾਜੇ ਦੇ ਨਾਲ ਉੱਪਰੋਂ ਇੱਕ ਨਹੀਂ ਉਹਦੇ 5 ਪਤੀ, ਔਰ 5 ਪਤੀ ਇੱਕ ਤੋਂ ਇੱਕ ਬਲਵਾਨ, ਹਰ ਹਾਲ ਦੇ ਵਿੱਚ ਉਹ ਦੁਰਯੋਧਨ ਤੋਂ ਭਾਰੀ। ਫਿਰ ਉਹਦੇ ਜਿਹੜੇ ਸਸੁਰ ਸੀਗੇ, ਇੱਕ ਐਡੇ ਵੱਡੇ ਹਸਤਨਾਪੁਰ ਦੀ ਰਾਣੀ ਵੀ ਸੀਗੀ ਉਹ। ਯਾਨੀ ਪਹਿਲੇ ਉਹਦੇ ਅੰਦਰ ਸਾਰੇ ਇਹੋ ਜਿਹੇ ਥਾਟ ਆਈ ਗਏ, ਔਰ ਉਹਨੂੰ ਇਸ ਚੀਜ਼ ਦਾ ਮਾਣ ਸੀਗਾ ਕਿ ਮੈਨੂੰ ਇਹ ਬਚਾ ਲੇਗਾ, ਇਹ ਬਚਾ ਲੇਗਾ। ਇਹ ਸਾਰੇ ਲੋਅਰ ਸੈਲਫ ਦੇ ਨਾਲ ਜਿਹੜੇ ਜੁੜੇ ਹੋਏ ਥਾਟ ਸੀ, ਇਹ ਉਹਨੂੰ ਆਈ ਗਏ, ਔਰ ਉਹਨੇ ਆਪਣਾ ਸਾਰਾ ਟਾਈਮ ਇਹਦੇ ਵਿੱਚ ਲਗਾ ਦਿੱਤਾ। ਜਦੋਂ ਉਹਨੇ ਦੇਖਿਆ ਕਿ ਸਾਰੇ ਪਾਸਿਓਂ ਮੈਂ ਹਾਰ ਗਈ, ਸਾਰੇ ਪਾਸੇ ਉਦੋਂ ਦੇਖ ਗਿਆ, ਤਾਂ ਉਹਨੇ ਲਾਸਟ ਦੇ ਵਿੱਚ ਕੀ ਕੀਤਾ, ਆਪਣਾ ਹੀ ਦੁਪੱਟਾ ਆਪਣੇ ਮੂੰਹ ਦੇ ਵਿੱਚ ਰੱਖ ਲਿਆ, ਉਸ ਕੱਪੜੇ ਨੂੰ ਆਪਣੇ ਮੂੰਹ ਦੇ ਨਾਲ ਦਬਾ ਲਿਆ ਕਿ ਸ਼ਾਇਦ ਮੈਂ ਮੂੰਹ ਦੇ ਨਾਲ ਦਬਾ ਲਾਂਗੀ ਤੇ ਇਹ ਜੋ ਸੀਨ ਚੱਲ ਰਿਹਾ ਹੈ ਇਹਨੂੰ ਮੈਂ ਰੋਕ ਸਕਾਂਗੀ। ਲੇਕਿਨ ਇਸ ਤਰ੍ਹਾਂ ਅਸੀਂ ਸਾਰੇ ਜਾਣਦੇ ਕੁਝ ਨਹੀਂ ਹੋਇਆ। ਅਖੀਰ ਦੇ ਵਿੱਚ ਫਿਰ ਉਹ ਕਨੈਕਟ ਹੋ ਗਈ ਆਪਣੇ ਹਾਇਰ ਸੈਲਫ ਦੇ ਨਾਲ, ਫਿਰ ਉਸ ਕਨੈਕਟ ਹੋ ਗਈ ਹਾਇਰ ਸੈਲਫ ਦੇ ਨਾਲ, ਉਸਨੇ ਸਭ ਕੁਝ ਛੋੜ ਦਿੱਤਾ, ਹਾਇਰ ਸੈਲਫ ਨਾਲ ਕਨੈਕਟ ਹੋ ਗਈ, ਔਰ ਹਾਇਰ ਸੈਲਫ ਨਾਲ ਕਨੈਕਟ ਹੋਣ ਤੋਂ ਬਾਅਦ ਉਸਨੇ ਹੱਥ ਕਹਿੰਦੇ ਨੇ ਉਹਦੇ ਜੁੜ ਗਏ, ਔਰ ਉਹ ਸਿੱਧੀ ਖੜੀ ਹੋ ਗਈ, ਕਨੈਕਟ ਹੋ ਗਈ, ਔਰ ਉਸ ਤੋਂ ਬਾਅਦ ਜੋ ਸੀਨ ਹੋਇਆ ਸਭ ਨੂੰ ਪਤਾ ਹੀ ਹੈ। ਲੇਕਿਨ ਅਗਰ ਉਹ ਡਾਇਰੈਕਟ ਪਹਿਲੇ ਹੀ ਹਾਇਰ ਸੈਲਫ ਨਾਲ ਕਨੈਕਟ ਹੋ ਜਾਂਦੀ, ਜਦੋਂ ਉਹਨੇ ਕ੍ਰਿਸ਼ਨ ਜੀ ਨੂੰ ਸ਼ਿਕਾਇਤ ਕੀਤੀ ਤਾਂ ਕ੍ਰਿਸ਼ਨ ਜੀ ਨੇ ਕੀ ਕਿਹਾ, ਮੈਂ ਤਾਂ ਉੱਥੇ ਹੀ ਸੀ, ਮੈਂ ਤਾਂ ਆਲਰੇਡੀ ਉੱਥੇ ਹੀ ਸੀ, ਮੈਂ ਤਾਂ ਕਿਤੇ ਗਿਆ ਹੀ ਨਹੀਂ ਸੀ, ਤੂੰ ਹੀ ਮੇਰੀ ਤਰਫ ਨਹੀਂ ਸੀ। ਤਾਂ ਸੇਮ ਇਹ ਗਲਤੀ ਅਸੀਂ ਹਮੇਸ਼ਾ ਤੋਂ ਕਰਦੇ ਆਏ, ਸਾਨੂੰ ਆਦਤ ਪੈ ਚੁੱਕੀ ਹੈ। ਕਿਉਂਕਿ ਜਦੋਂ ਵੀ ਕੋਈ ਸੀਨ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਕੋਈ ਵੀ ਸੀਨ, ਤੇ ਸਾਨੂੰ ਥਾਟ ਅੰਦਰੋਂ ਆ ਰਿਹਾ ਹੁੰਦਾ ਹੈ ਨਾ ਕਿ ਬਈ ਇਹਨੇ ਮੈਨੂੰ ਧੋਖਾ ਦੇ ਦਿੱਤਾ, ਇਹ ਦੇਖ ਫਲਾਣਾ ਇਨਸਾਨ ਕਿੰਨਾ ਖਰਾਬ ਹੈ। ਇਹ ਥਾਟ ਵੀ ਕਿੱਥੋਂ ਆਇਆ? ਮੇਰੇ ਹੀ ਅੰਦਰੋਂ ਆਇਆ। ਲੇਕਿਨ ਕਿੱਥੋਂ ਆਇਆ? ਮੇਰੀ ਲੋਅਰ ਸੈਲਫ ਤੋਂ। ਮੇਰੇ ਮਨਮੁਖ ਨੇ ਮੇਰੇ ਅੰਦਰ ਬੈਠ ਕੇ ਮੈਨੂੰ ਉਕਸਾ ਰਿਹਾ, ਔਰ ਮੈਂ ਉਹਦੇ ਤੇ ਗੱਲ ਸੁਣ ਕੇ ਫਟਾਫਟ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ। ਲੇਕਿਨ ਹੁਣ ਉਹ ਚੀਜ਼ ਤੋਂ ਮੈਂ ਸਟਾਪ ਕਰ ਰਹੀ ਹਾਂ, ਮੈਂ ਤਾਂ ਨया ਰਸਤਾ ਕ੍ਰੀਏਟ ਕਰ ਰਹੀ ਹਾਂ, ਕਿਹੜਾ? ਹਾਇਰ ਸੈਲਫ ਵਾਲਾ। ਅੱਜ ਤੱਕ ਮੈਂ ਹਾਇਰ ਸੈਲਫ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ, ਹੁਣ ਮੈਂ ਸਟਾਰਟ ਕਰ ਰਹੀ ਹਾਂ। ਤੇ ਐਟਲੀਸਟ ਮੈਂ ਜਦੋਂ ਯੂਨੀਵਰਸਲ ਸਟੇਟਮੈਂਟ ਜਾਂ ਯੂਨੀਵਰਸਲ ਲਾਅ ਜਾਂ ਇਹੋ ਜਿਹੀਆਂ ਜਿਹੜੀਆਂ ਸਟੇਟਮੈਂਟ ਜਿਹੜੀਆਂ ਬਿਲਕੁਲ ਸੱਚੀਆਂ ਨੇ, ਜਿਹੜੀ ਝੁਠਲਾਈਆਂ ਨਹੀਂ ਜਾ ਸਕਦੀਆਂ, ਜਦੋਂ ਇਹਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਾਂਗੀ, ਇਹ ਸਟੇਟਮੈਂਟਸ ਮੈਂ ਰਿਸੀਵ ਕਰਨਾ ਸ਼ੁਰੂ ਕਰਾਂਗੀ, ਤਾਂ ਜਾਣੇ ਅਣਜਾਣੇ ਮੈਨੂੰ ਉਸ ਰਸਤੇ ਦੇ ਬਾਰੇ ਵੀ ਕਲੈਰਿਟੀ ਹੁੰਦੀ ਜਾਏਗੀ ਜਿੱਥੋਂ ਇਹ ਚੀਜ਼ਾਂ ਆ ਰਹੀਆਂ ਨੇ। ਔਰ ਫਿਰ ਮੈਨੂੰ ਪੱਕਾ ਹੁੰਦਾ ਜਾਏਗਾ ਕਿ ਇਹ ਸਟੇਸ਼ਨ ਹੈ, ਇਹ ਰਸਤਾ ਹੈ, ਇਸ ਤਰੀਕੇ ਦੇ ਨਾਲ ਮੇਰੇ ਅੰਦਰ ਚੀਜ਼ ਆ ਰਹੀ ਹੈ, ਤਾਂ ਇਹ ਜਿਹੜੇ ਮੇਰੇ ਥਾਟ ਆ ਰਹੇ ਨੇ, ਇਹ ਮੇਰੇ ਹਾਇਰ ਸੈਲਫ ਦੇ ਵਿਚਾਰ ਨੇ, ਲੋਅਰ ਸੈਲਫ ਦੇ ਵਿਚਾਰ ਨਹੀਂ ਨੇ। ਇਹਨੂੰ ਅਸੀਂ ਥੋੜਾ ਹੋਰ ਸਮਝ ਲਈਏ ਪਾਣੀ ਦੇ ਐਗਜ਼ਾਮਪਲ ਦੇ ਨਾਲ ਵੀ, ਕਿ ਜਦੋਂ ਬਾਰਿਸ਼ ਹੁੰਦੀ ਹੈ ਔਰ ਪਾਣੀ ਗਿਰਦਾ ਹੈ ਪਹਾੜਾਂ ਦੇ ਉੱਤੇ, ਤਾਂ ਇੱਕਦਮ ਰਸਤਾ ਨਹੀਂ ਬਣਾਉਂਦਾ ਹੈ, ਉਹ ਇੱਧਰ ਉੱਧਰ ਜਾ ਕੇ ਰਸਤਾ ਬਣਾਉਂਦਾ ਹੈ। ਇੱਕ ਟਾਈਮ ਫਿਰ ਜਦੋਂ ऐसा आंदा है कि एक टाइम पानी गिरया, उन्हें एक रास्ता बना लिया, दूसरे टाइम फिर बारिश हुई, फिर उसने रास्ता बना लिया, और धीरे तुर से तुसी देखोगे कि वो झरने का रूप ले लेंदा, वाटरफॉल का रूप ले लेंदा, और वो पानी उस तरीके दे नाल फिर बारिश होएगी और पानी उस तरीके दे नाल आना शुरू हो जाता है। दूर क्यों जाइए, असी जदों बस दे विच कदी सफर करिए और देखिए बारिश आ जाती है, तो शीशे के उत्ते पहले बारिश इस तरीके नाल आंदी, बाद दे विच एक लाइन बन जाती है, उस लाइन दे उत्ते ही बारिश का सारा पानी उन्हां लाइनां दे नाल ही जाना शुरू हो जाता है, अगर असी कदी ऑब्जर्व कीता होएगा तो। यानी हुण इस हफ्ते असी की करना है, स्पेसिफिक मतलब पहचान करनी है उस स्टेशन की जिथों चीज़ां आ रही ने, उस रस्ते की
ਜਿੱਥੋਂ ਅਸੀਂ ਇਹਨਾਂ ਚੀਜ਼ਾਂ ਨੂੰ ਰਿਸੀਵ ਕਰਨਾ ਹੈ। तो ਅਸੀਂ ਉਸ ਰਸਤੇ ਦੇ ਬਾਰੇ डायरेक्ट जानू हो जाइए, सानू परफेक्ट हो जाए कि कंफर्टेबल हो जाए, और सानू अगर कोई अनवांटेड मतलब लोअर फ्रीक्वेंसी तो या मनमुख वाले पासों अगर कोई थॉट आ रहा है ਅਸੀਂ ਉਹਨੂੰ रोक ਸਕੀਏ, ਉਹਨੂੰ स्टॉप कर ਸਕੀਏ। ਅੱਜ तक तो ਅਸੀਂ स्टॉप नहीं कर पाए क्योंकि ਅਸੀਂ बेहोशी ਦੇ ਵਿੱਚ ਜੀਵਨ ਜੀਆ। ਹੁਣ ਅਸੀਂ ਹੋਸ਼ਪੂਰਵਕ ਉਹ ਜਿਹੜਾ ਚੈਟਰ ਚੱਲ ਰਿਹਾ, ਅਨਵਾਂਟਡ ਜਿਹੜੇ ਥਾਟ ਅੰਦਰ ਚੱਲੀ ਜਾ ਰਹੇ ਨੇ, ਅਸੀਂ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਪਾਵਾਂਗੇ ਇਸ ਪ੍ਰੈਕਟਿਸ ਦੇ ਨਾਲ। और प्रॉपर अगर अनवांटेड थॉट आ रहा है, लोअर सेल्फ तो आ रहा है, तो ਅਸੀਂ ਉਹਨੂੰ रोक सकांगे, इतनी सानू नॉलेज हो जाएगी। और ਇਹਨਾਂ ਸਾਰੀਆਂ ਚੀਜ਼ਾਂ ਲਈ 15 ਮਿੰਟ ਨਿਕਾਲਨੇ बहुत ने। 15 ਮਿੰਟ ਅਸੀਂ ਆਪਣੇ ਚੁੱਪ ਕਰਕੇ ਬੈਠਾਂਗੇ ਔਰ ਇਹ ਜਿਹੜੀ ਪ੍ਰੈਕਟਿਸ ਹੈ ਜਿਹੜੀ ਅਸੀਂ ਹੁਣ ਕੀਤੀ ਹੈ ਇਹਨੂੰ ਅਸੀਂ ਕੰਟੀਨਿਊ ਕਰਾਂਗੇ। और कंटिन्यू करन तो बाद ਅਸੀਂ ਕੀ ਕਰਨ ਵਾਲੇ ਹਾਂ, ਜਦੋਂ ਅਸੀਂ ਆਪਣੀ ਸਾਡੀ 15 ਮਿੰਟ ਦਾ ਟਾਈਮ ਖਤਮ ਹੋ ਜਾਏਗਾ, ਫਿਰ ਅਸੀਂ ਥੈਂਕਸ ਬੋਲਣਾ ਹੈ ਆਪਣੇ ਹਾਇਰ ਸੈਲਫ ਨੂੰ ਕਿ ਉਹਨੇ ਸਾਡੀ ਇੰਨੀ ਮਦਦ ਕੀਤੀ ਹੈ। ਹਾਇਰ ਸੈਲਫ ਨੂੰ ਥੈਂਕ ਬੋਲਣ ਤੋਂ ਬਾਅਦ ਅਸੀਂ ਆਪਣੇ ਔਰਾ ਨੂੰ ਕਲੋਜ਼ ਕਰ ਲੈਣਾ ਹੈ ਜਾਂ ਓਪਨ ਕਰ ਲੈਣਾ ਹੈ ਹਾਇਰ ਸੈਲਫ ਲਈ। ਉਹੀ I close my aura to all except my higher self, ਜਾਂ I open my aura except only for my higher self। ਮੇਰੀ ਔਰਾ ਸਿਰਫ या मेरे घर के दरवाजे उस अकाल पुरख लई ही खुले ने। ਇਹ ਅਸੀਂ ਕਹਿ ਕੇ ਅਸੀਂ ਆਪਣੀ ਔਰਾ ਨੂੰ ਆਪਣੇ आप ਨੂੰ सेफ साइड कर लेना है। तो इस तरीके ਨਾਲ ਸਾਨੂੰ ਇਹ ਈਜ਼ੀ ਹੋ ਜਾਏਗਾ। ਹੁਣ दिन ਦੇ ਟਾਈਮ ਅਸੀਂ ਕੀ ਕਰਨਾ ਹੈ, ਜਦੋਂ दिन ਚੜੇਗਾ, दिन ਦੇ ਟਾਈਮ ਜਦੋਂ ਅਸੀਂ ਕਰਨਾ ਹੈ, ਉੱਠਦੇ ਬੈਠਦੇ ਜਦੋਂ ਅਸੀਂ ਚੱਲਦੇ ਫਿਰਦੇ ਆਪਣਾ ਡੇਲੀ ਰੂਟੀਨ ਦੇ ਵਿੱਚ ਜਿਹੜਾ ਸਾਨੂੰ ਸਟੇਟਮੈਂਟ ਮਿਲੀ ਹੋਏਗੀ ਹਾਇਰ ਸੈਲਫ ਤੋਂ, ਕੋਈ ਸਟੇਟਮੈਂਟ ਤਾਂ ਜ਼ਰੂਰ ਮਿਲੀ ਹੋਏਗੀ ਨਾ, ਤੇ ਉਹ ਸਟੇਟਮੈਂਟ ਨੂੰ ਅਸੀਂ ਜਿਹੜੀ ਰਿਸੀਵ ਕੀਤੀ ਹੈ ਉਹਨੂੰ ਅਸੀਂ ਦਿਨ ਭਰ ਬੋਲਣ ਵਾਲੇ ਹਾਂ। ਔਰ ਸੋਚਣਾ ਹੈ ਕਿ ਇਹ ਜਿਹੜੀ ਸਟੇਟਮੈਂਟ ਮੈਨੂੰ ਮਿਲੀ ਹੈ, ਮਿਲੀ ਤਾਂ ਯੂਨੀਵਰਸਲ ਟਰੂਥ ਹੀ ਹੈ, ਇਹ ਅੱਜ ਦੇ ਮੇਰਾ ਜੋ ਜੀਵਨ ਹੈ, ਜੋ ਮੈਂ ਇਸ क्षण ਮੇਰਾ ਜੀਵਨ ਚੱਲ ਰਿਹਾ ਹੈ, ਇਹਦੇ ਵਿੱਚ ਇਹ ਕਿੰਨੀ ਰੈਲੀਵੈਂਟ ਹੈ, ਇਹ ਇਹਦੇ ਲਈ ਕਿੰਨੀ ਯੂਸਫੁਲ ਹੈ। ਔਰ ਉਸ ਸਟੇਟਮੈਂਟ ਦੇ ਹਿਸਾਬ ਦੇ ਨਾਲ ਆਪਣੇ ਅੱਜ ਦੇ ਇਹ ਉਹ ਹੈ ਜਿਸ ਦੀ ਮੈਨੂੰ ਇਸ क्षण ਜ਼ਰੂਰਤ ਹੈ। ਤਾਂ ਹੀ ਤਾਂ ਸਟੇਟਮੈਂਟ ਮੇਰੇ ਕੋਲ ਆਈ ਹੈ ਨਾ ਗੁਰੂ ਦੀ ਬਾਣੀ। और फिर उस हिसाब नाल ਅਸੀਂ ਦੇਖੀਏ ਕਿ ਮੇਰੇ ਐਟੀਟਿਊਡ ਦੇ ਵਿੱਚ, ਮੇਰੇ ਸੁਭਾਅ ਦੇ ਵਿੱਚ, ਮੇਰੇ ਜਿਹੜੀ ਬੋਡੀ ਲੈਂਗੁਏਜ ਹੈ ਜਾਂ ਜੋ ਮੇਰਾ ਹੈ ਐਟੀਟਿਊਡ, ਟੋਟਲ ਮੇਰੇ ਦ੍ਰਿਸ਼ਟੀਕੋਣ ਦੇ ਵਿੱਚ ਕੀ ਚੇਂਜ ਲੈ ਕੇ ਆਉਣਾ ਚਾਹੁੰਦਾ ਹੈ, ਕੀ ਚਾਹੁੰਦਾ ਹੈ परमात्मा मेरे अंदर परिवर्तन लेके आना इस स्टेटमेंट के द्वारा। और ਉਹਦੇ ਹਿਸਾਬ ਦੇ ਨਾਲ ਅਸੀਂ ਜਿਹੜੇ ਚੇਂजेस ਲੈ ਕੇ ਆਣੇ ਨੇ ਆਪਣੇ ਐਕਸ਼ਨਸ ਦੇ ਵਿੱਚ, ਆਪਣੇ ਦ੍ਰਿਸ਼ਟੀਕੋਣ ਦੇ ਵਿੱਚ, ਉਹ ਅਸੀਂ ਚੇਂਜ ਲੈ ਕੇ ਆਉਣ ਵਾਲੇ ਹਾਂ। और इस तरीके दे नाल साडा जिहड़ा कारण पता चल जाएगा कि जिहड़ा मेरा परमात्मा दे नाल मेरा कम्युनिकेशन होया है वो क्यों होया है। इन्नू हुण असीं समझ लईए एक एग्जाम्पल दे राहीं, क्योंकि अगर मैं अपना एग्जाम्पल रहा तो जदों मैं इन्हां चीज़ां दे बारे गल कर रही सी और मेरी बाबा जी दे नाल गलबात हुंदी सी, तो मैनूं एक पंक्ति आई, कोई इंसान साडे पैसे लैके चला गया और बार बार यह सीन हो रहा सी। और मैं बाबा जी को पूछती सी कि बाबा जी इन्ना सारा कुछ असी कर रहे हैं, सारा कुछ मेरा बेस्ट चल रहा, पाठ भी कर रही हैं, जो कुछ भी तुसी कह रहे हो सब कर रही हैं, तो यह चीज़ां मेरी जिंदगी च क्यों आईयां। जपजी साहब का पाठ सी और जपजी साहब का पाठ करते करते ना ओ मरे ना ठागे जाए जिनके राम से मन माहे, एक टाइम मैं इसते आके भुली, गुटका हाथ च है और मैं भुलदी पई हां पंक्ति बार 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 बार, इत्थे आके मैं अटक जा रही हां। एक बारी अटकी, दो बारी अटकी और सानू मैसेज की समझाया कि गया कि अगर तुसी एक तो दो टाइम कोई चीज तुहाडे नाल जिंदगी च हो रही है तो तुसी जरूर रुको और सोचो कि तुसी कुछ ऐसा कर रहे हो जो परमात्मा दी मर्जी तो अगेंस्ट है। तो मैं बैठ के सोचना शुरू किया कि पंक्ति तो आ रही है, ना ओ मरे ना ठागे जाए जिनके राम वसे मन माए, तो एदा मतलब जो मैं पाठ कर रही हूँ, जो मैं कर रही हूँ, तो परमात्मा मेरे अंदर नहीं वसया जाके, तो ए जो कुछ मैं कर रही हूँ सब बेकार है। तो समझ कुछ नहीं आई, लेकिन मैं बैठ के सोचना शुरू कर दिता इस चीज नूं लैके, और सोचते सोचते इन्हां चीज़ां दी गहराई नूं मैं पकड़ पाई कि राम दा वसना की है, उस ईश्वर दा, उस प्रभु दा हिरदे विच वसना की है। यही वसना है जिहड़ा असीं इस बुक के द्वारा सीख रहे हैं, जबकि उस टाइम ते मैनूं इन्हां चीज़ां दा पता नहीं सी, वर्बली पाठ करीदा सीगा खाली। और एक दूसरा एग्जाम्पल मैं लैना चाहांगी, यह हुण दे दिनां दा, जे इस बुक पढ़न दे दौरान जदों मैं अबंडेंस के बारे सोच रही सी, अबंडेंस की है, अबंडेंस की है, किन्नू कहंदे ने अबंडेंस, ते मैनू जिहड़ी चीज़ दिखाई दित्ती
ਕਿ ਚਾਵਲ ਦਾ ਦਾਣਾ ਮੇਰੇ ਸਾਹਮਣੇ ਆ ਰਿਹਾ ਸੀ, ਇੱਕ ਚਾਵਲ ਦਾ ਦਾਣਾ ਔਰ द्रौपदी ਦੀ ਕਹਾਣੀ। ਕਿਹੜੀ ਕਹਾਣੀ? ਜਦੋਂ ਉਹਨੇ ਅਗਿਆਤ ਉਹਨਾਂ ਦੇ ਵਿੱਚ ਸੀਗੇ ਲੋਕ, ਵਨਵਾਸ ਦੇ ਵਿੱਚ ਸੀਗੇ 14 ਸਾਲ ਦਾ, ਔਰ ਦੁਰਯੋਧਨ ਨੇ ਇਹਨਾਂ ਦੇ ਕੁਝ ਗੈਸਟ ਭੇਜ ਦਿੱਤੇ ਸੀ ਦੁਰਵਾਸਾ ਰਿਸ਼ੀ ਨੂੰ, ਔਰ ਉਸ ਟਾਈਮ ਦੇ ਉੱਤੇ ਭੇਜੇ ਜਦੋਂ ਇਹਦਾ ਜਿਸ ਭਾਂਡੇ 'ਚ ਖਾਣਾ ਦੇ ਪਰੋਸਤੀ ਸੀ ਉਹ ਭਾਂਡਾ ਧੋ ਕੇ ਰੱਖ ਦਿੱਤਾ ਤੇ ਦੁਬਾਰਾ ਉਸ ਭਾਂਡੇ 'ਚ ਖਾਣਾ ਨਹੀਂ ਸੀ ਬਣ ਸਕਦਾ। ਉਸ ਟਾਈਮ ਦੇ ਉੱਤੇ ਉਹ ਮਹਾਤਮਾ ਨੂੰ, ਰਿਸ਼ੀ ਜੀ ਨੂੰ ਭੇਜਿਆ। ਹੁਣ द्रौपदी तो बर्तन साफ कर चुकी सी, भांडा च ਉਹਦੇ 'ਚ ਕੁਛ ਹੈ ਹੀ ਨਹੀਂ ਸੀ, ਉਸਨੂੰ ਕੁਛ ਨਹੀਂ ਸਮਝ ਆਇਆ। ਉਸਨੇ ਕ੍ਰਿਸ਼ਨ ਜੀ ਨੂੰ ਬੁਲਾਇਆ ਔਰ ਕ੍ਰਿਸ਼ਨ ਜੀ ਨੇ ਆ ਕੇ ਕਿਹਾ ਕਿ ਭਈ द्रौपदी ਤੂੰ ਤਾਂ ਭਾਂਡਾ ਲੈ ਕੇ ਆ। ਉਹਨੇ ਕਿਹਾ ਭਾਂਡਾ ਤਾਂ ਮੈਂ ਧੋ ਕੇ ਰੱਖ ਦਿੱਤਾ ਔਰ ਜਿਹੜਾ ਤੁਸੀਂ ਵਰਦਾਨ ਦਿੱਤਾ ਉਹ ਦੁਬਾਰਾ ਉਹਦੇ 'ਚੋਂ ਖਾਣਾ ਨਹੀਂ ਆਏਗਾ। ਲੇਕਿਨ ਕ੍ਰਿਸ਼ਨ ਜੀ ਨੇ ਕਿਹਾ ਕਿ ਨਹੀਂ, ਤੂੰ ਲੈ ਕੇ ਆ। ਔਰ ਉਹਨਾਂ ਨੇ ਸਾਰਾ ਬਰਤਨ ਦੇਖਿਆ ਤਾਂ ਕਿਹਾ ਤੂੰ ਭਾਂਡਾ ਠੀਕ ਤਰੀਕੇ ਨਾਲ ਸਾਫ਼ ਨਹੀਂ ਕੀਤਾ, ਔਰ ਇੱਕ ਚਾਵਲ ਦਾ ਦਾਣਾ ਉਹਦੇ 'ਚ ਸੀ ਔਰ ਚਾਵਲ ਦਾ ਦਾਣਾ ਉਹਨਾਂ ਨੇ ਖਾ ਲਿਆ। ਇਹ ਸਟੋਰੀ ਮੈਨੂੰ ਜਦੋਂ ਮੈਂ ਆਪਣੇ ਇਸ ਸਵਾਲ ਦਾ ਜਵਾਬ ਮੰਗ ਰਹੀ ਸੀ, ਅਬੰਡੈਂਸ ਦੇ ਬਾਰੇ ਪੁੱਛ ਰਹੀ ਸੀ, ਤਾਂ ਇਹ ਉਹਨਾਂ ਨੇ ਮੈਨੂੰ ਮੈਸੇਜ ਆਇਆ द्रौपदी ਦੀ ਇਸ ਸਟੋਰੀ ਦੇ ਰੂਪ ਵਿੱਚ। ਔਰ ਜਿਹੜੇ ਮੈਨੂੰ ਮੈਸੇजेस ਆਉਂਦੇ ਨੇ ਉਹ ਇਸੇ ਤਰੀਕੇ ਨਾਲ ਸਟੋਰੀ ਦੇ ਰੂਪ ਵਿੱਚ, ਕੋਈ ਗੁਰਬਾਣੀ ਦੀ ਕੋਈ ਪੰਕਤੀ ਆ ਜਾਏਗੀ, ਕੋਈ ਸਾਖੀ ਆ ਜਾਏਗੀ, ਕੋਈ ਸਾਖੀਆਂ ਹੀ ਆ ਜਾਂਦੀਆਂ ਨੇ, ਕੋਈ ਇਹੋ ਜਿਹੀਆਂ ਚੀਜ਼ਾਂ ਮੇਰੀ ਆ ਜਾਂਦੀਆਂ ਨੇ, ਫਿਰ ਉਹਨਾਂ ਦੇ ਨਾਲ ਮੈਂ ਰਿਲੇਟ ਕਰ ਪਾਉਂਦੀ ਹਾਂ ਕਿ ਯਸ ਉਹ ਹਾਇਰ ਸੈਲਫ, ਉਹ ਈਸ਼ਵਰ, ਉਹ ਪਰਮਾਤਮਾ ਮੈਨੂੰ ਕੀ ਮੈਸੇਜ ਦੇਣਾ ਚਾਹ ਰਿਹਾ। ਔਰ ਫਿਰ ਮੈਂ ਉਸ ਸਮਝ ਵਿੱਚ ਆ ਗਿਆ ਕਿ ਇਹ ਜਿਹੜੀ ਮੈਨੂੰ ਮੇਰੇ ਅੰਦਰ ਇਹ ਜੋ ਭਾਵ ਹੈ, ਕਮੀ ਦਾ ਜਿਹੜਾ ਅਹਿਸਾਸ ਹੈ ਮੇਰੇ ਅੰਦਰ, ਇਸ ਅਹਿਸਾਸ ਨੂੰ ਖਤਮ ਕਰਨਾ ਹੈ। ਅਬੰਡੈਂਸ ਕੁਛ ਨਹੀਂ ਹੈ, ਕਮੀ ਦਾ ਇੱਕ ਅਹਿਸਾਸ ਹੈ ਔਰ ਉਸ ਅਹਿਸਾਸ ਨੂੰ ਖਤਮ ਕਰਨਾ ਹੀ ਅਬੰਡੈਂਸ ਹੈ। ਇਹ ਮੈਨੂੰ ਸਮਝ ਆ ਗਿਆ ਔਰ ਫਿਰ ਉਹਦੇ ਲਈ ਮੈਨੂੰ ਕਿਹੜੇ ਕਿਹੜੇ ਐਕਸ਼ਨਸ ਲੈਣੇ ਚਾਹੀਦੇ ਨੇ ਉਹ ਵੀ ਮੈਨੂੰ ਸਮਝ ਦੇ ਵਿੱਚ ਆਣੇ ਸ਼ੁਰੂ ਹੋ ਗਏ। ਔਰ ਐਸ ਕੁਛ ਨੇ, ਔਰ ਮੈਂ ਅੱਜ ਕਿਸੇ ਦਾ ਮੈਂ ਸੁਣ ਰਹੀ ਸੀ ਟਾਕ, ਉਹ ਵੀ ਲੇਡੀ ਬੜੀ ਅੱਛੀ ਮਾਸਟਰ ਹੈ ਔਰ ਉਹਨੇ ਵੀ ਇਸੇ ਚੀਜ਼ ਨਾਲ ਗੱਲ ਕੀਤੀ ਕਿ ਉਹਨੂੰ ਜਦੋਂ ਉਹਨੇ ਇਸ ਚੀਜ਼ ਦੇ ਬਾਰੇ ਸੋਚਿਆ ਤੇ ਉਹਨੂੰ ਬਟਰਫਲਾਈ ਬਾਰ-ਬਾਰ ਦਿਖਾਈ ਦਿੱਤੀ ਔਰ ਮੱਖਣ ਔਰ ਘਿਓ ਦਿਖਾਈ ਦਿੱਤਾ ਬਾਰ-ਬਾਰ। ਫਿਰ ਉਹਨੇ ਪੁੱਛਿਆ ਵੀ ਇਹ ਮੱਖਣ ਔਰ ਘਿਓ ਔਰ ਬਟਰਫਲਾਈ ਦਾ ਕੀ ਮਤਲਬ ਹੈ। ਤਾਂ ਸੇਮ ਉਹੀ ਪ੍ਰੋਸੈਸ ਕਿ ਇਸ ਰਸਤੇ ਤੇ ਚੱਲਣਾ ਇਤਨਾ ਆਸਾਨ ਨਹੀਂ ਹੈ। ਜਿਹੜੇ ਦੁੱਖ ਤਕਲੀਫ ਨੇ, ਪਹਿਲੇ ਦਹੀਂ ਜੰਮਦਾ ਹੈ, ਦੁੱਧ ਨੂੰ ਉਬਾਲਿਆ ਜਾਂਦਾ ਹੈ, ਫਿਰ ਦਹੀਂ ਜੰਮਦਾ ਹੈ, ਫਿਰ ਦਹੀਂ ਨੂੰ ਰਿੜਕਿਆ ਜਾਂਦਾ ਹੈ, ਫਿਰ ਮੱਖਣ ਨਿਕਲਦਾ ਹੈ। ਰਿੜਕਣ 'ਚ ਵੀ ਤਕਲੀਫ, ਮੱਖਣ ਨਿਕਲਣ 'ਚ ਕੀ ਤਕਲੀਫ, ਔਰ ਇੱਥੇ ਹੀ ਬਸ ਨਹੀਂ ਹੋ ਜਾਂਦੀ, ਫਿਰ ਉਹਨੂੰ ਅੱਗ ਤੇ ਉਬਾਲਿਆ ਜਾਂਦਾ ਹੈ, ਫਿਰ ਉਹ ਘਿਓ ਬਣਦਾ ਹੈ, ਔਰ ਇੱਥੇ ਵੀ ਕਹਾਣੀ ਖਤਮ ਨਹੀਂ ਹੁੰਦੀ, ਫਿਰ ਉਹ ਦੀਆ ਬਣਦਾ ਹੈ ਔਰ ਜਲਾ ਕੇ ਸਭ ਨੂੰ ਰੋਸ਼ਨੀ ਦਿੰਦਾ ਹੈ। ਔਰ ਅਗਰ ਤੇਰਾ ਇਹ ਪ੍ਰੋਸੈਸ ਹੈ ਕਿ ਸਭ ਨੂੰ ਖੁਸ਼ੀਆਂ ਦੇਣੀ ਹੈ ਤੇ ਇਹ ਪ੍ਰੋਸੈਸ ਚੱਲ ਰਿਹਾ ਹੈ। ਤਾਂ ਉਹਨੂੰ ਕਿਸ ਤਰ੍ਹਾਂ ਸਮਝਾਇਆ? ਐਸੇ ਤਰੀਕੇ ਦੇ ਨਾਲ। ਤਾਂ ਇਹ ਇੱਕ ਪ੍ਰੋਸੈਸ ਹੈ, ਇਹ ਸਾਨੂੰ ਸਮਝ ਆਉਣਾ ਪਏਗਾ ਤਾਂ ਕਿ ਜਿਹੜੀਆਂ ਸਟੇਟਮੈਂਟ ਸਾਨੂੰ ਆਉਣਗੀਆਂ, ਜਿਹੜੀ ਸਾਨੂੰ ਮੈਸੇਜ ਮਿਲਿਆ ਹੈ, ਜਿਹੜਾ ਅਸੀਂ ਕਿਹਾ ਕਿ ਯੂਨੀਵਰਸਲ ਲਾਅ, ਔਰ ਇਹੋ ਜਿਹੀਆਂ ਸਟੇਟਮੈਂਟਸ ਆਉਣਗੀਆਂ ਜਿਹੜੀ ਕਿ ਪਰਫੈਕਟ ਸੱਚਾਈ ਹੈ, ਜਿਹਦੇ ਵਿੱਚ ਕੋਈ ਡਾਊਟ ਨਹੀਂ ਹੋ ਸਕਦਾ, ਉਹੋ ਜਿਹੀ ਸਾਨੂੰ ਸਟੇਟਮੈਂਟ ਮਿਲੇਗੀ। ਫਿਰ ਉਸ ਸਟੇਟਮੈਂਟ ਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਣਾ ਕਿ ਮੇਰੇ ਜੀਵਨ ਦੇ ਵਿੱਚ ਇਸ ਮੈਸੇਜ ਮੈਨੂੰ ਕਿਉਂ ਆਇਆ ਔਰ ਮੈਂ ਆਪਣੇ ਜੀਵਨ ਦੇ ਵਿੱਚ, ਆਪਣੀ ਇਸ ਲਾਈਫ ਦੇ ਵਿੱਚ ਮੈਂ ਕਿਸ ਤਰੀਕੇ ਨਾਲ ਚੇਂਜ ਕਰਨਾ ਹੈ। ਉਹ ਮੈਂ ਦਿਨ ਦੇ ਟਾਈਮ ਅਸੀਂ ਬੈਠ ਕੇ ਸੋਚ ਕੇ ਉਸਨੂੰ ਮਨਨ ਕਰਨ ਵਾਲੇ ਹਾਂ। ਫਿਰ ਕਹਿੰਦਾ ਹੈ ਕਿ ਇਸ ਹਫਤੇ ਵੀ ਅਸੀਂ ਹੁਣ ਕਰਨਾ ਕੀ ਹੈ ਕਿ ਆਪਣੇ ਔਰਾ ਨੂੰ ਕਲੋਜ਼ ਕਰਕੇ ਰੱਖਣਾ ਹੈ। ਇਹ ਪ੍ਰੈਕਟਿਸ ਦੇ ਵਿੱਚ ਆ ਹੀ ਜਾਣਾ ਚਾਹੀਦਾ ਹੈ। ਜਦੋਂ ਵੀ ਅਸੀਂ ਕਿਸੇ ਭੀੜ ਭਾੜ ਵਾਲੇ ਇਲਾਕੇ 'ਚ ਜਾਈਏ, ਕਿਸੇ ਨੈਗੇਟਿਵ, ਜਿਸ ਤਰ੍ਹਾਂ ਹਸਪੀਟਲ, ਜਿਸ ਤਰ੍ਹਾਂ ਪਿੱਛੇ ਸ਼ੇਅਰ ਕੀਤਾ ਸੀਗਾ ਕਿ ਇਹੋ ਜਿਹੀ ਜਗ੍ਹਾ ਦੇ ਉੱਤੇ ਜਾਈਏ, ਅਸੀਂ ਪਹਿਲੇ ਹੀ ਆਪਣੀ ਔਰਾ ਨੂੰ, ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲੈਣੇ ਨੇ, ਜਾਂ ਅਸੀਂ ਆਪਣੇ ਆਪ ਨੂੰ ਕਹਿਣਾ ਕਿ ਮੇਰੇ ਘਰ ਦੇ ਦਰਵਾਜ਼ੇ ਸਿਰਫ ਮੇਰੇ ਅਕਾਲ ਪੁਰਖ, ਉਸ ਈਸ਼ਵਰ, ਉਸ ਹਾਇਰ ਸੈਲਫ ਲਈ ਖੁੱਲੇ ਨੇ। ਇਹ ਗੱਲ ਬੋਲ ਕੇ ਅਸੀਂ ਆਪਣੇ ਆਪ ਨੂੰ ਸੇਫ ਸਾਈਡ ਕਰ ਲੈਣੀ ਹੈ। ਔਰ ਅਗਰ ਸਾਡਾ ਲੱਗਦਾ ਕਿ ਕਦੀ ਸਾਡਾ ਮੂਡ ਬੜਾ ਇਰੀਟੇਸ਼ਨ ਹੁੰਦਾ ਨਾ, ਬੜੀ ਇਰੀਟੇਸ਼ਨ ਆ ਜਾਂਦੀ ਹੈ, ਬੜੀ ਨੈਗੇਟਿਵਿਟੀ ਆ ਰਹੀ ਹੈ ਔਰ ਐਂਗਰ ਹੈ, ਡਰ ਆ ਰਿਹਾ, ਕਿਸੇ ਕਿਸਮ ਦਾ ਬੜਾ ਗੁੱਸੇ ਵਾਲੀ ਫੀਲਿੰਗ ਆ ਰਹੀ ਹੈ, ਤੇ ਅਸੀਂ ਉਸ ਟਾਈਮ ਦੇ ਉੱਤੇ ਕੀ ਕਰਨਾ ਹੈ? ਉਹ ਜਿਹੜੇ 6 ਸਟੈਪ ਸੀਗੇ, ਜਿਹੜੇ ਅਸੀਂ ਸਿੱਖੇ ਨੇ, 6 ਸਟੈਪ, 6 ਲਾਈਨਾਂ, ਉਹਨਾਂ ਨੂੰ ਅਸੀਂ ਡੈਲੀਬਰੇਟਲੀ, ਜਾਣਬੁੱਝ ਕੇ, ਪੂਰੇ ਹੋਸ਼ਪੂਰਵਕ ਉਹਨਾਂ ਚੀਜ਼ਾਂ ਨੂੰ ਅਸੀਂ ਬੋਲਣਾ ਹੈ, ਉਹਨਾਂ ਦੇ ਨਾਲ ਆਪਣੇ ਆਪ ਨੂੰ ਉਹ ਫੀਡ ਕਰਨਾ ਆਪਣੇ ਅੰਦਰ, ਤਾਂ ਕਿ ਅਸੀਂ ਕਲੀਅਰ ਹੋ ਪਾਈਏ, ਤਾਂ ਕਿ ਜੋ ਕਿਸੇ ਵੀ ਤਰੀਕੇ ਦੇ ਨਾਲ ਨੈਗੇਟਿਵ ਨੂੰ, ਲੋਅਰ ਫ੍ਰੀਕੁਐਂਸੀ ਨੂੰ ਮੈਂ ਆਪਣੇ ਅੰਦਰ ਐਂਟਰ ਨਹੀਂ ਕਰਨ ਦੇਣਾ। ਤਾਂ ਐਸੀ 2 ਜਿਹੜੇ ਪ੍ਰੀਕਾਸ਼ਨਸ ਨੇ, ਇਹ ਅਸੀਂ ਇਸ ਹਫਤੇ ਵੀ ਆਪਣੇ ਆਪ ਨੂੰ ਲੈਣ ਵਾਲੇ ਹਾਂ। ਔਰ ਇਹ ਅਸੀਂ ਦੇਖਾਂਗੇ ਕਿ ਇਹ ਜਿਹੜੇ 2 ਸਟੈਪ ਨੇ, ਖਾਸ ਕਰ ਇਹ ਜਿਹੜੇ ਆਪਣੇ ਔਰਾ ਨੂੰ ਕਲੋਜ਼ ਕਰਨ ਦੇ 6 ਸਟੈਪ ਨੇ, ਇਹ ਸਾਨੂੰ ਲੈਣੇ ਜ਼ਿਆਦਾ ਜ਼ਰੂਰੀ ਨੇ। ਇਹ ਸਾਡੇ ਹਾਇਰ ਸੈਲਫ ਦਾ ਆਰਡਰ ਹੈ। ਹਾਲਾਂਕਿ ਮੇਰਾ ਲੋਅਰ ਸੈਲਫ ਆ ਕੇ ਕਹੇਗਾ ਕਿ ਕੀ ਜ਼ਰੂਰਤ ਹੈ 6 ਗੱਲਾਂ ਲਾਈਨਾਂ ਬੋਲਣ ਦੀ, ਕੋਈ ਜ਼ਰੂਰਤ ਨਹੀਂ, ਛੋੜ ਪਰੇ, ਕੋਈ ਜ਼ਰੂਰਤ ਨਹੀਂ ਹੈ। ਲੇਕਿਨ ਨਹੀਂ, ਸਾਨੂੰ ਸਮਝ ਆਉਣਾ ਚਾਹੀਦਾ ਹੈ ਕਿ ਸਾਡੀ ਲੋਅਰ ਫ੍ਰੀਕੁਐਂਸੀ, ਮਨਮੁਖ ਹੈ ਜਿਹੜਾ ਮੇਰੇ ਅੰਦਰ ਬੈਠਾ ਹੋਇਆ, ਉਹ ਗੱਲ ਕਰ ਰਿਹਾ ਹੈ।
ਔਰ ਅਸੀਂ ਇਸ ਥਾਟ ਨੂੰ ਰੈਜ਼ਿਸਟ ਕਰਨਾ ਹੈ ਕਿ ਨਹੀਂ, मैं ਇਹ 6 ਪੰਕਤੀਆਂ ਮਿਲੀਆਂ ਨੇ, ਇਹ 6 ਪੰਕਤੀਆਂ ਨੇ ਕਿਉਂਕਿ ਮੇਰਾ ਮੂਡ ਇਸ ਟਾਈਮ ਖਰਾਬ ਹੈ, ਮੈਂ ਇਸ ਟਾਈਮ ਥੋੜੀ ਗੁੱਸੇ ਦੇ ਵਿੱਚ ਹਾਂ, ਮੈਨੂੰ ਕੋਈ ਚੀਜ਼ ਅੱਛੀ ਨਹੀਂ ਲੱਗ ਰਹੀ, ਮੈਨੂੰ ਘਬਰਾਹਟ ਹੋ ਰਹੀ ਹੈ, ਮੈਨੂੰ ਬੇਚੈਨੀ ਹੋ ਰਹੀ ਹੈ, ਮੇਰੇ ਔਰਾ ਦੇ ਵਿੱਚ ਕੁਝ ਐਂਟਰ ਕਰ ਚੁੱਕਾ ਹੈ ਔਰ ਜੋ ਮੇਰੇ ਔਰਾ ਦੇ ਵਿੱਚ ਅਨਵਾਂਟਡ ਗੈਸਟ ਆ ਚੁੱਕਾ ਹੈ, ਮੈਂ ਉਹਨਾਂ ਦੇ ਨਾਲ ਡੀਲ ਕਰਨਾ ਹੀ ਹੈ। ਇਹ ਗੱਲ ਮੈਂ ਪੱਕੀ ਤੌਰ ਤੇ ਆਪਣੇ ਆਪ ਨੂੰ ਕਹਿ ਰਹੀ ਹਾਂ ਔਰ ਉਹਨੂੰ ਮੈਂ ਡੀਲ ਕਰਨਾ ਹੈ। तो ਇਹ 2 ਐਕਸਰਸਾਈਜ਼ ਅਸੀਂ ਕਰਨ ਵਾਲੇ ਹਾਂ। ਔਰ ਆਫ ਕੋਰਸ ਅਸੀਂ ਜਿਹੜਾ ਸਾਡਾ ਲਵ ਐਨਰਜੀ ਨੂੰ ਜਿਹੜੇ ਅਸੀਂ ਬਾਹਰ ਭੇਜਣ ਦਾ ਕੰਮ ਕਰ ਰਹੇ ਹਾਂ, ਆਪਣੇ ਹਾਰਟ ਦੇ ਵਿੱਚ ਪਹਿਲੇ ਤਾਂ ਫੀਲ ਕਰਨਾ ਹੈ, ਹਿਰਦੇ ਦੇ ਵਿੱਚ ਉਸ ਪ੍ਰੇਮ ਨੂੰ ਉਸ ਫੀਲ ਕਰਨਾ ਹੈ, ਫਿਰ ਉਸ ਪਿਆਰ ਨੂੰ ਅਸੀਂ ਬਾਹਰ ਭੇਜਣ ਦਾ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਉਹ ਸਾਡਾ ਕੰਟੀਨਿਊ ਹੀ ਰਹਿਣ ਵਾਲਾ ਹੈ। ਜਦੋਂ ਵੀ ਜਿਸ ਵੀ ਟਾਈਮ ਸਾਨੂੰ ਯਾਦ ਆ ਜਾਏ ਕਿ ਫਲਾਣੇ ਇਨਸਾਨ ਦਾ ਯਾਦ ਆ ਗਈ ਹੈ, ਕੋਈ ਦੇਖ ਰਹੇ ਹਾਂ ਕਿ ਅਰੇ ਇਹ ਵਿਚਾਰਾ ਤਾਂ ਬਹੁਤ ਦੁਖੀ ਹੈ, ਹੁੰਦਾ ਨਾ, ਕਈ ਵਾਰੀ ਸਾਨੂੰ ਪਤਾ ਚੱਲਦਾ ਹੈ, ਤੇ ਅਸੀਂ ਤੁਰੰਤ ਕੀ ਕਰਨਾ, ਆਪਣੇ ਲਵ ਐਨਰਜੀ ਨੂੰ, ਆਪਣੇ ਹਿਰਦੇ 'ਚ ਉਸ ਪਿਆਰ ਨੂੰ ਮਹਿਸੂਸ ਕਰਨਾ, ਉਸ ਲਵ ਐਨਰਜੀ ਨੂੰ ਬਾਹਰ ਭੇਜ ਦੇਣਾ ਹੈ। ਇਹ ਅਸੀਂ ਸਾਰਾ ਦਿਨ ਕਰਨ ਵਾਲੇ ਹਾਂ। ਔਰ ਜਦੋਂ ਅਸੀਂ ਰਾਤੀ ਜਾਣਾ ਹੈ ਸੌਣ ਲੱਗਿਆ, ਉਸ ਟਾਈਮ ਦੇ ਉੱਤੇ ਜਿਸ ਤਰ੍ਹਾਂ ਅਸੀਂ ਪਹਿਲੇ ਕੀਤਾ ਸੀ, ਪਹਿਲੇ ਆਪਣੇ ਆਪ ਨੂੰ ਯੂਨੀਫਾਈਡ ਕਰਨਾ, ਜੋੜਨਾ ਹੈ ਉਸ ਅਕਾਲ ਪੁਰਖ ਦੇ ਗੁਣਾਂ ਦੇ ਨਾਲ, ਜਿਹੜੇ ਵੀ ਅਕਾਲ ਪੁਰਖ ਦੇ ਗੁਣ ਨੇ ਉਹ ਸਾਰੇ ਗੁਣਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਹੈ। परमात्मा प्रेम है तो मैं भी प्रेम है, परमात्मा अबंडेंस है तो मैं भी अबंडेंस है, परमात्मा ऑल नोइंग इंटेलिजेंस है तो मैं भी सर्व कला का ज्ञाता, जिस भी ज्ञान की जिस भी नॉलेज की मैनू जरूरत है और सारी नॉलेज मैनू मेरे अंदरों ही मिलने वाली है। इस तरीके दे नाल उन्हें फील करना है और फिर लव एनर्जी नू अपने हृदय दे विच जिहड़ी मैं महसूस करती है इनू मैं ट्रांसमिट करते जाना है। यह है मेरा रात का एक्शन प्लान या रात का होमवर्क या रात की मेरी प्रैक्टिस जो मैं करन वाली हाँ। तो यह सीगा साडा चैप्टर 4th वीक का, जिथे अज हुण कंप्लीट हो गया है। और अगर किसी नू कोई भी डाउट, कोई भी सवाल है तो जरूर दस सकते हैं, पूछ सकते हैं, ताकि ਅਸੀਂ क्लैरिटी नाल इस चीज़ ਨੂੰ पकड़ सकीए, क्योंकि यह चीज़ बहुत जरूरी है। क्योंकि साडा जिहड़ा ਅਸੀਂ हमेशा अज तक अपने लोअर फ्रीकुएंसी तो या ਅਸੀਂ मनमुख वाले पार्ट तो या ਅਸੀਂ लोअर सैल्फ ਦੇ ਨਾਲ ਹੀ ਗੱਲ करनी सीखी है, क्योंकि गल तो दोनों ही कर चढ़दियां पईयां सी। साडा गुरमुख भी अंदर है, मनमुख भी अंदर है, कि लेकिन ਅਸੀਂ गुरमुख वाले पार्ट ਨੂੰ हमेशा छोड़ दिता, उसनों कदी बोलिया ही नहीं, उसकी कदी उच्ची उस गल नूं बोलिया ही नहीं। हमेशा लोअर सैल्फ ने मैनूं जो कुछ भी आइडिया दिता, क्योंकि वो विचार भी तो मेरे ही अंदरों आ रहा है ना, मैं उसनों उच्चा बोलिया है। तो हुण असी उच्ची जरूर बोलना है और जिहड़े सानू स्टैप्स दिते गए ने इन्हां स्टैप के हिसाब दे नाल असी वो गलबात करनी है। यह बहुत जरूरी है कि जिहड़ी चैटर चल रही है साडे अंदर, नॉइस चल रही है फालतू दी, उस नॉइस नूं सानू रोकना आना चाहिए। तो डाउट है तो असी जरूर पूछ सकते हैं। कोई क्वेश्चन है किसी का? यस, हेलो, No doubt. No doubts. ओके, No doubt. थैंक यू, नो डाउट। तो फिर असी अगे चलते हैं ध्यान की तरफ। ध्यान एक बहुत ही खूबसूरत जी यात्रा है जिहड़ी असी अपने ही अंदर करनी है। हाले तक असी अपनी यात्रा जिहड़ी भी कीती है बाहर ही कीती है, ते हुण जिहड़ी यात्रा असी करन वाले हैं अपने अंदर करन वाले हैं। इसलिए अपनी अखां नूं असी बंद करांगे। चश्मा है तो चश्मे नूं उतार देंगे। पानी असी जरूर पियांगे। जदों भी असी बैठिए पानी की बॉटल असी अपने कोल जरूर रखिए। पानी नूं चार्ज करना असी किसी टाइम फिर सीखांगे, पानी नूं चार्ज भी करना चाहिए। असी देखना कि साडे सारे गुरुद्वारे जिहड़े बने ने सरोवर हुंदा उन्हां दे विच, और असी सरोवर दा चूला लै रहे हैं। देखा जाए तो सरोवर दे चूला की है, पानी तो पानी है। सरोवर दे पानी च खासियत की है, क्योंकि उत्थे 24 घंटे बाणी उस जल नूं मिल रही है। 24 घंटे बाणी दी एनर्जी जिहड़ी है उस जल नूं मिल रही है। और जल एक जिहड़ा पानी है, साइंस ने प्रूव कर दिता है कि जो कुछ भी इहनूं किया जांदा है इहनूं अपने अंदर ऑब्जर्व कर लैंदा, उहनूं अपने अंदर ले लैंदा है। और साडी बॉडी दे अंदर भी 75 तो 85% पानी ही है। फिर जदों असीं चार्ज कीता होया पानी अपनी बॉडी दे विच पाने आ ते ऑटोमैटिकली जिहड़ी बाणी उस पानी ने सुनी हुई है
ਉਹ ਸਾਰੇ ਗੁਣ ਉਸ ਪਾਣੀ ਦੇ ਅੰਦਰ ਆ ਚੁੱਕੇ ਨੇ ਔਰ ਆਟੋਮੈਟਿਕਲੀ ਸਾਡੀ ਜਿਹੜੀ ਬੋਡੀ ਦੇ ਅੰਦਰ ਦਾ ਪਾਣੀ ਹੈ ਜਦੋਂ ਉਸ ਪਾਣੀ ਨੂੰ ਰਿਸੀਵ ਕਰਦਾ ਹੈ ਔਰ ਸਾਡਾ ਅੰਦਰਲੀ ਬੋਡੀ ਵੀ ਆਟੋਮੈਟਿਕਲੀ ਚਾਰਜ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਅਸੀਂ ਸੋਚਦੇ ਨਾ ਕਿ ਪਹਿਲੇ ਅਸੀਂ ਜਦੋਂ ਬੋਰ ਕਰਦੇ ਹੁੰਦੇ ਸੀ ਤਾਂ ਬੋਰ ਕਰਨ ਦੇ ਟਾਈਮ ਅਸੀਂ ਦੇਖਦੇ ਸੀਗੇ ਜਦੋਂ ਪਾਣੀ ਆ ਜਾਂਦਾ ਸੀ ਤਾਂ ਅਸੀਂ ਉੱਪਰੋਂ ਪਾਣੀ ਪਾਉਂਦੇ ਸੀ, ਉੱਪਰੋਂ ਪਾਣੀ ਪਾਉਂਦੇ ਸੀ ਤਦ ਉੱਪਰੋਂ ਥੱਲੜਾ ਫੁਆਰਾ ਛੁੱਟਦਾ ਸੀ। ਤੇ ਇਹ ਜਿਹੜਾ ਉੱਪਰ ਵਾਲਾ ਪਾਣੀ ਪਾ ਰਹੇ ਹੁੰਦੇ ਅਸੀਂ ਚਾਰਜ ਕਰਕੇ, ਤੋ ਇਹ ਚਾਰਜ ਕੀਤਾ ਹੋਇਆ ਪਾਣੀ ਸਾਡੇ ਅੰਦਰ ਦਾ ਜਿਹੜੀ ਮੇਰੀ ਹਾਇਰ ਸੈਲਫ ਜਿਹੜਾ ਅੰਦਰ ਕਿਤੇ ਵਿਚਾਰਾ ਛੁਪ ਕੇ ਬੈਠਾ, ਜਿਹਨੂੰ ਮੈਂ ਅੱਜ ਤੱਕ ਕਦੀ ਬਾਹਰ ਆਉਣ ਦਾ ਮੌਕਾ ਹੀ ਨਹੀਂ ਦਿੱਤਾ, ਜਦੋਂ ਅਸੀਂ ਇਸ ਤਰੀਕੇ ਨਾਲ ਕਰ ਰਹੇ ਹੁੰਦੇ ਤਾਂ ਸਾਨੂੰ ਅਸੀਂ ਉਹਨੂੰ ਬਾਹਰ ਆਉਣ ਦਾ ਮੌਕਾ ਦੇ ਰਹੇ ਹੁੰਦੇ ਹਾਂ। तो ਅਸੀਂ ਪਾਣੀ ਨੂੰ ਵੀ ਚਾਰਜ ਕਰਨਾ ਸਿੱਖੀਏ। ਅੰਮ੍ਰਿਤ तो है ही है, ਅਸੀਂ ਆਪਣੀ ਬੋਟਲ ਨੂੰ ਵੀ ਕੋਈ ਸ਼ਬਦ ਪੜ੍ਹੀਏ, ਆਈ ਐਮ ਹੈਲਦੀ, ਇਸ ਤਰੀਕੇ ਨਾਲ ਬੋਟਲ ਦੇ ਉੱਤੇ ਹੱਥ ਰੱਖ ਕੇ ਕੋਈ ਵੀ ਪੋਜ਼ਿਟਿਵ ਸੈਂਟੈਂਸ ਅਸੀਂ ਉਸ ਬੋਟਲ ਦੇ ਉੱਤੇ ਬੋਲੀਏ। ਫਿਰ ਉਸ ਪਾਣੀ ਨੂੰ ਅਸੀਂ ਜਦੋਂ ਵੀ ਬੈਠੀਏ, ਉੱਠਦੇ ਬੈਠਦੇ ਅਸੀਂ ਪਾਣੀ ਉਸ ਨੂੰ ਪੀਏ, ਤਾਂ ਕਿ ਅਸੀਂ ਹਰ ਵਕਤ ਚਾਰਜ ਰਹੀਏ, ਹਰ ਵਕਤ ਅਸੀਂ ਉਸ ਗੁਰਮੁਖ ਦੇ ਨਾਲ ਆਪਣੇ ਅੰਦਰ ਦੇ ਗੁਰਮੁਖ ਦੇ ਨਾਲ ਟਿਊਨ ਰਹੀਏ। ਸੋ ਅੱਖ ਬੰਦ ਕਰਾਂਗੇ, ਪਾਣੀ ਨੂੰ ਅਸੀਂ ਜ਼ਰੂਰ ਪੀਆਂਗੇ, ਹੱਥਾਂ ਨੂੰ ਕਲੋਜ਼ ਕਰ ਲਾਂਗੇ, ਪੈਰਾਂ ਨੂੰ ਕ੍ਰੋਸ ਕਰਾਂਗੇ। Aman, music please. Yes, ma'am. Thank you, thanks. बिल्कुल बॉडी स्ट्रेट, ताकि ਜਿਹੜੀ ਪਾਥਵੇ ਵੇ ਸਾਡਾ ਰਸਤਾ ਜੋ ਹੈ ਬਿਲਕੁਲ ਸਿੱਧਾ, ਬॉडी स्ट्रेट है ਤੇ ਚੀਜ਼ਾਂ ਵਿੰਗੀਆਂ ਟੇੜੀਆਂ ਹੁੰਦੀਆਂ ਨੇ ਤਾਂ ਚੀਜ਼ਾਂ ਨਹੀਂ, ਸਾਡੀ ਅਲਾਈਨਮੈਂਟ ਜਿਹੜੀ ਹੈ ਬਰਾਬਰ ਹੋ ਜਾਏ। और अगर ਅਸੀਂ बॉडी स्ट्रेट नहीं रख पा रहे तो ਪਿੱਛੇ ਕਿਸੇ ਚੀਜ਼ ਦਾ ਸਹਾਰਾ ਲੈ ਲਈਏ। अगर ਸਾਨੂੰ ਲੱਗ ਰਿਹਾ ਕਿ ਅਸੀਂ ਬੋਡੀ ਕ੍ਰੋਸ ਕਰਕੇ ਨਹੀਂ ਬੈਠ ਸਕਦੇ ਤਾਂ ਸੋਫੇ ਤੇ ਬੈਠੇ ਹਾਂ ਜਾਂ ਬੈੱਡ ਦੇ ਉੱਤੇ ਬੈਠੇ ਹਾਂ ਤੇ ਲੱਤ ਦੇ ਉੱਤੇ ਲੱਤ ਰੱਖ ਕੇ ਕ੍ਰੋਸ ਕਰ ਲਈਏ, ਤਾਂ ਕਿ એનર્ਜੀ ਜਿਹੜੀ ਅਸੀਂ ਹੁਣ ਅੰਦਰ ਸਾਡੇ ਕ੍ਰੀਏਟ ਹੋਏਗੀ ਉਹ ਸਾਡੀ ਬੋਡੀ ਦੇ ਅੰਦਰ ਹੀ ਰਹਿ ਸਕੇ ਔਰ ਅਸੀਂ ਉਹਨੂੰ ਯੂਜ਼ ਕਰ ਸਕੀਏ। तो आँख बंद में, मन शांत है, चित्त बिल्कुल शांत, मन शांत, ध्यान श्वास पे, श्वास आ रहा है, श्वास जा रहा है। Breathe in, breathe out. सब किछ कर्म में बाहर नाही, बाहर ढूंढे सो परम पुलाही। ध्यान श्वास ते घर, किस घर की गल की जा रही है,
शरीर रूपी कार। God is love. जिन प्रेम कियो तिन ही प्रभ पायो। प्यार ही ईश्वर है। अगर इस प्यार ਨੂੰ फील करना है तो किथे जाना है? अपने हिरदे दे विच, अपने हार्ट च। फील द लव, उस प्यारे जे एहसास में। ध्यान श्वास ते। बंदे खोज दिल हर रोज, ना फिर परेशानी माहे। ध्यान श्वास ते। ना कोई सोच, ना कोई विचार। श्वास आ रहा है, श्वास जा रहा है।
अपने ही दिल दे अंदर प्यार दी फीलिंग नूं महसूस करिए। Just love. तू मेरे प्राण आधारे प्रभु जी। तू मेरे प्राण आधारे। उठत बैठत सोवत जागत एह मन तुझे चितारे। हर वक्त ए मन तेनों देखता रहे। ध्यान श्वास ते प्रभु डोरी हाथ तुम्हारे। हे प्रभु जी, मैं श्वासां दी डोरी तुहाडे हाथ विच है। जिन्नी देर असीं ध्यान च बैठे हाँ, अपने श्वास सफल कर रहे हैं। ध्यान श्वास ते
अपनी श्वास ਨੂੰ सफल करिए। इन्हां श्वासां दे नाल अपने हिरदे दे समुंदर च, हिरदे दे सागर च डुबकी लगाइए। प्यार नाल भर जाइए। और उस प्यार नू हर पासे फैला दइए। नानक नाम चढ़ती कला तेरे भाणे सरबत दा भला। सब तो सौखा तरीका सरबत दा भला। ध्यान श्वास ते साड़ियां प्यारियां जिहियां सांस, कोमल जिहियां श्वास, इतनियां बेशकीमती श्वास। इस श्वास की कीमत पूछिए जाके किसी उस बंदे नू जिहड़ा हॉस्पिटल च बैठ के अंतिम सांस ले रहा है। यह श्वास अज सानू मिले हुए है। धन्यवाद। इन्हां श्वासां दे नाल सरबत दा भला। ध्यान श्वास ते हिरदे दे प्यार नू फील करना, उस प्यार नू पूरे ब्रह्मांड दे विच भेज देना। यही तो जीवन है। ना कोई सोच, ना कोई विचार। जस्ट ऑब्जर्व, साक्षी बन के देखो ज्ञान और विज्ञान।
जस्ट लव, शर्त प्रेम नो, जिहदे च कोई शर्त नहीं, कोई डिमांड नहीं। ना कोई सोच, ना कोई विचार, अगर विचार ते जा रहे हैं तो तुरंत अपने मन को श्वास ते लेके आइए। श्वास आ रहा है, श्वास जा रहा है। Breathe in, breathe out. बाहर दी साइंस तो बहुत पढ़ ली, हुण पढ़ते पे असीं श्वास का विज्ञान। महसूस करिए श्वास नूं अपने अंदर आंदे होए, किस रस्ते तो आ रहा है, नक दे राहीं, जा किस रस्ते दे नाल रहा है। देखो श्वास नूं आंदे होए, जांदे होए। सरबत दा भला। Last 5 minutes, masters.
Last 10 seconds. 10, 9, 8, 7, 6, 5, 4, 3, 2, 1 and 0. ध्यान अपने बॉडी ਦੇ ਉੱਤੇ ਲੈ ਕੇ ਜਾਈਏ। ਹੱਥ ਪੈਰ ਨੂੰ ਥੋੜਾ ਜਿਹਾ ਹਿਲਾ ਲਈਏ। ਅੱਖਾਂ ਦੇ ਉੱਤੇ ਆਪਣੇ ਹੱਥਾਂ ਨੂੰ ਰੱਖ ਲਈਏ। 5, 4, 3, 2, 1 and 0। हंसते हुए, मुस्कुराते हुए, धन्यवाद करते हुए अपनी आँखें खोलो। थैंक यू मास्टर्स। Thank you, ma'am. Thank you so much for this wonderful session. Thank you so much. है जो एक्सपीरियंस कोई शेयर करना चाहेगा?